ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਗੁਰੂ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਸਤਸੰਗ ਘੜੀਆਂ ਪ੍ਰਾਪਤ ਹਨ। ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾਓ ਜੋ ਭਾਈ ਇਤਿਹਾਸ ਦੀ ਕਥਾ ਲੜੀਵਾਰ ਚੱਲ ਰਹੀ ਹੈ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਵੰਸ਼ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ ਆਪਾਂ ਲੜੀ ਤਹਿਤ ਕਥਾ ਸਰਵਣ ਕਰਦੇ ਆ ਰਹੇ ਹਾਂ। ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਜੀਵਨ ਪ੍ਰਸੰਗ। ਕੱਲ 55ਵੇਂ ਘਰ ਦਾ ਪ੍ਰਸੰਗ ਔਰ ਥੋੜਾ 56ਵੇਂ ਘਰ ਦਾ ਪ੍ਰਸੰਗ ਸਰਵਣ ਕੀਤਾ ਹੈ। ਜੋ ਗੁਰੂ ਪਾਤਸ਼ਾਹ ਮਹਾਰਾਜ ਦੱਖਣ ਦੇ ਇਲਾਕੇ ਵਿੱਚ ਗਏ ਓਅੰਕੇਸ਼ਵਰ ਤੀਰਥ ਤੇ ਮਹਾਰਾਜ ਨੇ ਜੋ ਉਪਦੇਸ਼ ਦਿੱਤਾ, ਜਿੱਥੇ ਸ਼ਿਵਾ ਦਾ ਮੰਦਰ ਹੈ, ਉਸ ਉਪਰੰਤ ਫਿਰ ਪੰਜਾਬ ਇਲਾਕੇ ਵਿੱਚ ਆਏ ਹਨ। ਅਚਲ ਬਟਾਲੇ ਜੋਗੀਆਂ ਨਾਲ ਸਿੱਧ ਗੋਸ਼ਟ ਕੀਤੀ। ਇਹ ਉਪਦੇਸ਼ ਦੇ ਕਰਕੇ ਫਿਰ ਮਹਾਰਾਜ ਲਾਹੌਰ ਪਹੁੰਚੇ ਹੈ। ਲਾਹੌਰ ਦਾ ਨਵਾਬ ਹੈ ਕਰੋੜੀ ਮੱਲ ਖੱਤਰੀ। ਗੁਰੂ ਪਾਤਸ਼ਾਹ ਜੀ ਦਾ ਉਹਨੇ ਜਸ ਸੁਣਿਆ ਤੇ ਅੰਦਰ ਈਰਖਾ ਕੀਤੀ। ਗੁੱਸੇ ਵਿੱਚ ਕਹਿੰਦਾ ਹੈ, ਕਿਹੜਾ ਹੈ ਸਾ ਨਾਨਕ ਮੈਂ ਨਹੀਂ ਜਾਣਦਾ। ਕਲਯੁਗ ਦੇ ਵਿੱਚ ਹਿੰਦੂ ਕੀ ਤੁਰਕ ਜਿਹਨੇ ਆਪਣੇ ਮਗਰ ਲਾਏ ਹੋਏ ਹਨ, ਇਹ ਜਿਹੜੀਆਂ ਕੁਚਾਲਾਂ ਨੇ, ਮੈਂ ਇਸ ਨੂੰ ਬੰਦ ਕਰਾਵਾਂਗਾ। ਉਸ ਸਮੇਂ ਘੋੜੀ ਤੇ ਸਵਾਰ ਹੋ ਕੇ ਨਾਲ ਉਸਦੇ ਹੋਰ ਲੋਕ ਨੇ ਜਦੋਂ ਨੇੜੇ ਪਹੁੰਚਿਆ ਤੇ ਅੰਨਾ ਹੋ ਗਿਆ। ਵਾਪਸ ਮੁੜੇ ਤੇ ਦਿਸਣ ਲੱਗ ਜੇ, ਮਹਾਰਾਜ ਵੱਲ ਨੂੰ ਚੱਲੇ ਫਿਰ ਦਿਸਣਾ ਬੰਦ ਹੋ ਜੇ। ਇਸ ਤਰ੍ਹਾਂ ਕਰਦੇ ਦਾ ਫਿਰ ਹਿਰਦੇ ਵਿੱਚ ਭਾਵਨਾ ਜਾਗੀ ਕਿ ਪੂਰਨ ਤਾਕਤ ਸ਼ਕਤੀਆਂ ਦੇ ਮਾਲਕ ਇਹ ਮਹਾਨ ਪੁਰਸ਼
ਅਵਤਾਰ ਸਰੂਪ ਧੰਨ ਗੁਰੂ ਨਾਨਕ ਦੇ ਪਾਤਸ਼ਾਹ। ਤੋ ਉਸ ਸਮੇਂ ਫਿਰ ਮਨ ਵਿੱਚ ਕਹਿਣ ਲੱਗਿਆ ਵੀ ਮੈਂ ਇਹਦਾ ਫਲ ਪਾ ਲਿਆ ਹੈ। ਨਾਲ ਦੇ ਸਾਥੀਆਂ ਨੂੰ ਕਹਿੰਦਾ ਮੈਂ ਈਰਖਾ ਕੀਤੀ ਐਡੇ ਵੱਡੇ ਮਹਾਪੁਰਸ਼ ਨਾਲ, ਤੋ ਕਿਰਪਾ ਕਰਕੇ ਮੈਨੂੰ ਹੁਣ ਉਹਨਾਂ ਕੋਲੇ ਲਿਜਾ ਕਰਕੇ ਭੁੱਲ ਬਖਸ਼ਾਵੋ। ਤੋ ਉਸ ਸਮੇਂ ਫਿਰ ਸਾਰਿਆਂ ਨੇ ਸਮਝਾਇਆ ਵੀ ਉਹ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਆਓ ਅੱਗੇ ਪ੍ਰੇਮ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਅਬਦਾਸ ਪਰੋਂ ਤਿਨ ਪਾਈ, ਮੈਂ ਹੁਣ ਦਾਸ ਹੋ ਕੇ ਉਹਨਾਂ ਦੇ ਚਰਨੀ ਪਵਾਂਗਾ। ਹੋਵਹੁ ਸਿੱਖ ਹਿਰਦੈ ਸ਼ਰਨਾਈ, ਸਤਿਗੁਰੂ ਦੀ ਸ਼ਰਨ ਪੈ ਕਰਕੇ ਹਿਰਦੇ ਤੋਂ ਮੈਂ ਸ਼ਰਨ ਪੈ ਕੇ ਸਿੱਖ ਬਣਾਂਗਾ। ਸੁਣ ਕੈ ਨਾਰਨ ਸਰਬ ਸਮਝਾਇਓ, ਇਹ ਸੁਣ ਕਰਕੇ ਸਾਰੇ ਲੋਕਾਂ ਨੇ ਸਮਝਾਇਆ। ਆਪ ਤੋ ਪਤਾ ਆਪ ਨੇ ਪਾਇਓ, ਕਿ ਹੁਣ ਤਾਂ ਤੂੰ ਸਮਝ ਪਾ ਲਈ ਨਾ ਕਿ ਉਹ ਮਾਲਕ ਪਰਮੇਸ਼ਰ ਸਰੂਪ ਨੇ ਸਤਿਗੁਰੂ। ਉਤਰ ਤੁਰੰਗਨ ਤੇ ਇਹ ਥਾਈ, ਇਸੇ ਜਗ੍ਹਾ ਤੇ ਘੋੜੀ ਤੋਂ ਉਤਰ ਕਰਕੇ ਬੰਧਨ ਕਰੋ ਧਰਨ ਸਿਰ ਲਾਈ। ਕਹਿਣ ਲੱਗੇ ਨਾਲ ਦੇ ਸਾਥੀ ਹੋਰ, ਤੂੰ ਇੱਥੋਂ ਹੀ ਧਰਤੀ ਤੇ ਸਿਰ ਲਾ ਕੇ ਬੰਦਨਾ ਕਰ। ਧਰ ਸ਼ਰਧਾ ਪੁਨ ਚੱਲੋ ਆਗਾਰੀ, ਫੇਰ ਸ਼ਰਧਾ ਧਾਰ ਕੇ ਤੂੰ ਅੱਗੇ ਨੂੰ ਚੱਲੀ। ਪਰ ਹੋ ਜਾਏ ਕੈ ਚਰਨ ਮਝਾਰੀ, ਤੇ ਜਾ ਕੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ 'ਚ ਪੈ ਜਾ। ਬਖਸ਼ੇਂਗੇ ਤੁਝ ਦੀਨ ਦਿਆਲਾ, ਉਹ ਦੀਨ ਦਿਆਲੂ ਨੇ ਸਤਿਗੁਰੂ, ਜਿਹੜਾ ਨਿਵਾਣਾ ਬਣ ਕੇ ਢਹਿ ਪਵੇ ਉਹਨੂੰ ਬਖਸ਼ ਦਿੰਦੇ ਐ। ਤੈਨੂੰ ਵੀ ਦੀਨ ਦਿਆਲ ਸਤਿਗੁਰੂ ਜੀ ਬਖਸ਼ ਦੇਣਗੇ। ਪਾਵਨ ਪਤਤ ਬਿਰਦ ਜਿਨ ਜਾਲਾ, ਉਹਨਾਂ ਦਾ ਜਿਹੜਾ ਸੁਭਾਅ ਹੈ, ਬਿਰਦ ਹੈ, ਧਰਮ ਹੈ, ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਤਿਨ ਕੀ ਭਨੀ ਮਾਨ ਹਨਮਾਨਾ, ਉਹਨਾਂ ਦੇ ਚਰਨੀ ਪੈ ਜਾ। ਤਿਨ ਕੀ ਭਨੀ ਮਾਨ, ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੇ ਕੀਤੇ ਨੂੰ ਭਲਾ ਮੰਨ। ਹਨਮਾਨਾ, ਆਪਣੇ ਅੰਦਰੋਂ ਮਾਣ ਨੂੰ ਤਿਆਗ ਕੇ ਉਤਰਿਓ। ਤਿਨ ਕੀ ਭਨੀ ਮਾਨ ਹਨਮਾਨਾ, ਲੋਕਾਂ ਨੇ ਜੋ ਕਿਹਾ ਨਾਲਦਿਆਂ ਨੇ ਉਹਨਾਂ ਦੀ ਗੱਲ ਨੂੰ ਭਲਾ ਜਾਣ ਕੇ ਮੰਨਿਆ, ਮਾਣ ਦੂਰ ਕੀਤਾ। ਉਤਰਿਓ ਮਾਰਗ ਚਰਨ ਚਲਾਨਾ, ਤੇ ਉਹ ਘੋੜੀ ਤੋਂ ਉਤਰ ਕੇ ਫਿਰ ਤੁਰ ਕੇ ਸਤਿਗੁਰਾਂ ਵੱਲ ਨੂੰ ਹੋਇਆ। ਨਮੋ ਕਰਤ ਪਗ ਪਗ ਹੋਇ ਦੀਨਾ, ਕਦਮ ਕਦਮ ਤੇ ਨਮਸਕਾਰ ਕਰਦਾ ਹੈ ਦੀਨ ਨਿਮਾਣਾ ਹੋ ਕੇ। ਅਨੇਕ ਭਾਂਤ ਜਸ ਵਰਣਨ ਕੀਨਾ, ਅਨੇਕਾਂ ਤਰ੍ਹਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਸ ਮਹਿਮਾ ਵਰਣਨ ਕਰਦਾ ਹੈ। ਕਿਤਕ ਦੂਰ ਤੇ ਊਚ ਪੁਕਾਰਾ, ਕੁਝ ਕੁ ਦੂਰੀ ਜਦੋਂ ਰਹਿ ਗਈ ਨੇੜੇ ਜਾ ਕੇ ਭਾਵ ਫਿਰ ਉੱਚੀ ਉੱਚੀ ਬੇਨਤੀਆਂ ਕਰਦਾ ਹੈ। ਛਿਮਹੁ ਮਹਿ ਦਾਸ ਤੁਮਹਾਰਾ, ਹੇ ਮਹਾਰਾਜ ਕਿਰਪਾ ਕਰਕੇ ਛਿਮਾ ਕਰ ਦਿਓ, ਖਿਮਾ ਕਰ ਦਿਓ, ਮੈਂ ਤੁਹਾਡਾ ਸੇਵਕ ਹਾਂ। ਸਾਸਕ ਗਰਭ ਮਸਕ ਗਰਭ ਖਗਪਤ ਸੋ ਧਰਈ, ਇੱਥੇ ਲਿਖਤ ਵਿੱਚ ਥੋੜੇ ਫਰਕ ਪੈ ਜਾਂਦੇ। ਸਸਕ ਲਿਖਿਆ ਪਰ ਅਸਲ ਮਸਕ ਸ਼ਬਦ ਹੈ। ਮਸਕ ਕਹਿੰਦੇ ਨੇ ਮੱਛਰ ਨੂੰ। ਖਗਪਤ ਤੇ ਖਗਪਤ ਕਹਿੰਦੇ ਆ ਗਰੁੜ ਨੂੰ। ਕਹਿੰਦੇ ਮੇਰੀ ਇਹ ਹਾਲ ਹੈ ਕਿ ਮਸਕ ਗਰਭ ਖਗਪਤ ਸੋ ਧਰਈ, ਇਹ ਕੋਈ ਮੱਛਰ ਹੈ, ਉਹ ਗਰੜ ਦੇ ਸਾਹਮਣੇ ਹੰਕਾਰ ਕਰਦਾ, ਫਿਰ ਇਹਦਾ ਕੀ ਹੈ ਭਾਵ? ਉਹ ਕਿੱਥੇ ਮੱਛਰ ਕਿੱਥੇ ਗਰੜ। ਮਹਾਰਾਜ ਕਿੱਥੇ ਤੁਸੀਂ ਅਕਾਲ ਪੁਰਖ ਸਰੂਪ, ਕਿੱਥੇ ਮੈਂ ਐਵੇਂ ਦੁਨਿਆਵੀ ਜੀਵ। ਇਹ ਤਾਂ ਮੇਰਾ ਹਾਲ ਹੈ। ਰੰਕ ਮੇਰ ਕੀ ਸਮਤਾ ਕਰਈ,
ਮੈਂ ਤਾਂ ਉਹ ਗੱਲ ਹੋ ਗਈ ਵੀ ਕੋਈ ਜਿਵੇਂ ਕੰਗਾਲ ਬੰਦਾ ਸਮੇਰ ਪਰਬਤ ਦੀ ਬਰਾਬਰੀ ਕਰਨੀ ਚਾਹੇ, ਮੈਂ ਉਹ ਤੁਹਾਡੀ ਬਰਾਬਰੀ ਕਰਨ ਲੱਗਿਆ ਸੀ। ਆਪਣੋ ਤੇਜ ਦਿਖਾਏ ਟਟਾਨਾ, ਜਾਂ ਮੇਰਾ ਤੇ ਹਾਲ ਉਹ ਹੈ ਜਿਵੇਂ ਟਟਿਆਣਾ ਹੈ, ਉਹ ਆਪਣਾ ਚਾਨਣ ਜਿਹਾ ਦਿਖਾਵੇ। ਰੱਬ ਕੀ ਪ੍ਰਭਤਾ ਕਰੈ ਛਪਾਨਾ, ਤੇ ਆਪਣਾ ਚਾਨਣ ਦਿਖਾ ਕੇ ਇਹ ਕਹੇ ਮੈਂ ਸੂਰਜ ਦਾ ਤੇਜ ਖਤਮ ਕਰ ਦੂੰ। ਭਲਾ ਸੂਰਜ ਦੇ ਪ੍ਰਕਾਸ਼ ਦੇ ਸਾਹਮਣੇ ਟਟਿਆਣੇ ਦਾ ਚਾਨਣ ਕਿੰਨਾ ਕੁ ਹੈ। ਤਿਉ ਮਤ ਮੰਦ ਲਾਲਸਾ ਮੇਰੀ, ਇਸੇ ਤਰ੍ਹਾਂ ਮਹਾਰਾਜ ਮੈਂ ਮਲੀਨ ਮਤ ਵਾਲਾ, ਮੇਰੇ ਅੰਦਰ ਵੀ ਇਹੀ ਲਾਲਸਾ ਪੈਦਾ ਹੋਈ। ਮੁਖ ਤੇ ਨਿੰਦਾ ਕੀਨ ਕਨੇਰੀ, ਮਹਾਰਾਜ ਮੈਂ ਤੁਹਾਡੀ ਆਪਣੇ ਮੁਖ ਤੋਂ ਬਹੁਤ ਨਿੰਦਾ ਕੀਤੀ। ਅਪਰਾਧੀ ਮੈਂ ਪ੍ਰਭੂ ਤੁਮਾਰਾ, हे ਪਰਮੇਸ਼ਰ ਜੀ ਮੈਂ ਤੁਹਾਡਾ ਅਪਰਾਧੀ ਹਾਂ। ਤੇ ਗੁਰੂ ਦੀ ਗੁਰਮੁਖੋਂ ਵਡਿਆਈ ਹੈ, ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ। ਪਿਛਲੇ ਗੁਨਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਇਹ ਆਪਾਂ ਸੰਸਾਰ ਵਿੱਚ ਵੇਖਦੇ ਹਾਂ ਕਿ ਕਈ ਵਾਰ ਬੰਦਾ ਅਣਜਾਣਪੁਣੇ ਵਿੱਚ ਗੁਰੂ ਮਹਾਰਾਜ ਸਤਿਗੁਰ ਦੇ ਦਰ ਘਰ ਜਾਂ ਗੁਰੂ ਦੇ ਮਹਿਮਾ ਦੇ ਉਲਟ ਜਾ ਕੇ ਨਿੰਦਾ ਕਰਦਾ ਰਹਿੰਦਾ ਹੈ। ਪਰ ਕੋਈ ਐਸਾ ਫਿਰ ਸਮਾਂ ਆਉਂਦਾ ਹੈ, ਫਿਰ ਮਹਾਰਾਜ ਦੇ ਦਰ ਤੇ ਢਹਿ ਕੇ ਲੇਲੜੀਆਂ ਕੱਢਣੀਆਂ ਪੈਂਦੀਆਂ ਤੇ ਸਤਿਗੁਰੂ ਕਿੱਡਾ ਦਿਆਲੂ ਹੈ, ਫਿਰ ਬਖਸ਼ ਦਿੰਦਾ ਹੈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅਪਰਾਧੀ ਮੈਂ ਪ੍ਰਭੂ ਤੁਮਾਰਾ, हे ਪਰਮੇਸ਼ਰ ਮੈਂ ਤੁਹਾਡਾ ਅਪਰਾਧੀ ਹਾਂ, ਬਖਸ਼ ਲਿਹੋ ਅਬ ਦੀਨ ਦਿਆਰਾ। ਐ ਦੀਨਾਂ ਤੇ ਦਿਆਲਤਾ ਕਰਨ ਵਾਲੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਕਿਰਪਾ ਕਰਕੇ ਮੈਨੂੰ ਬਖਸ਼ ਲਓ। ਇੱਕ ਨਰ ਗਹਿ ਕਰ ਕੋ, ਇੱਕ ਨਰ ਗਹਿ ਕਰ ਤੇ ਕੋ ਹਾਥਾ, ਇੱਕ ਮਨੁੱਖ ਨੇ ਇਸ ਕਰੋੜੀ ਮੱਲ ਦਾ ਹੱਥ ਫੜ ਕੇ ਲੈ ਡਾਰਿਓ ਪੱਗ ਪਰ ਜਗਨਾਥਾ। ਜਗਤ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਤੇ ਲਿਜਾ ਕੇ ਪਾ ਦਿੱਤਾ। ਸਰਨ ਸਰਨ ਮੈਂ ਗਿਰਾ ਉਚਾਰੀ, ਇਉਂ ਬਾਰ ਬਾਰ ਮੁਖੋਂ ਕਹਿੰਦਾ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ। ਪਰੇ ਹੋ ਰਹਿਓ ਸਮ ਦੰਡ ਅਗਾਰੀ, ਡੰਡੇ ਵਾਂਗੂ ਸਾਹਮਣੇ ਮਹਾਰਾਜ ਦੇ ਪਿਆ ਰਿਹਾ। ਕਰ ਬੇਨਤੀ ਬਹੁਤ ਘਿਗ ਆਇਓ, ਇਉਂ ਬੇਨਤੀਆਂ ਕਰਦਾ ਬਹੁਤ ਘਿਗਿਆਉਣਾ, ਕਈਏ ਲੇਲੜੀਆਂ ਕੱਢਣੀਆਂ, ਤਰਲੇ ਕੱਢਣੇ। ਸਤਿਗੁਰੂ ਦੇ ਚਰਨਾਂ ਤੇ ਪੈ ਕਰ ਬਹੁਰ ਨਾ ਉੱਪਰ ਸੀਸ ਉਠਾਇਓ, ਤੇ ਆਪਣਾ ਸਿਰ ਮਹਾਰਾਜ ਦੇ ਚਰਨਾਂ ਤੋਂ ਉੱਪਰ ਨਹੀਂ ਚੁੱਕਦਾ ਹੈ। ਕਿਰਪਾ ਨਿਧਾਨ ਤਾਸ ਗਤ ਦੇਖੀ, ਕਿਰਪਾ ਦੇ ਖਜ਼ਾਨੇ ਸਤਿਗੁਰੂ ਪਾਤਸ਼ਾਹ ਨੇ ਉਹਦੀ ਫਿਰ ਇਹ ਹਾਲਤ ਵੇਖੀ ਹੈ। ਕਰਣਾ ਉਪਜੀ ਹਿਰਦੈ ਬਸੇਖੀ, ਮਹਾਰਾਜ ਦੇ ਹਿਰਦੇ ਵਿੱਚ ਵਿਸ਼ੇਸ਼ ਤੌਰ ਤੇ ਫਿਰ ਕਰੋੜੀ ਮੱਲ ਦੇ ਪ੍ਰਤੀ ਕਿਰਪਾ ਕਰੁਣਾ ਪੈਦਾ ਹੋਈ। ਕਹਿਓ ਉਠੋ ਖੋਲੋ ਨਿਜ ਲੋਚਨ, ਮਹਾਰਾਜ ਕਹਿੰਦੇ ਕਰੋੜੀਆ ਉੱਠ ਭਾਈ ਅੱਖਾਂ ਖੋਲ। ਮਨ ਸੋਚਨ ਸਭ ਕਰੋ ਵਿਮੋਚਨ, ਔਰ ਮਨ ਦੀਆਂ ਜਿਹੜੀਆਂ ਸੋਚਾਂ ਨੇ ਨਾ, ਇਹਨਾਂ ਸਾਰੀਆਂ ਸੋਚਾਂ ਨੂੰ ਤੂੰ ਵਿਮੋਚਨ ਕਰ ਦੇ, ਕੱਟ ਦੇ। ਕਿਰਪਾ ਯੁਕਤ ਬਾਣੀ ਕੋ ਸੁਣ ਕੈ, ਕਿਰਪਾ ਦੇ ਸਹਿਤ ਜਿਹੜੀ ਬਾਣੀ ਹੈ ਬਚਨ, ਇਹ ਸੁਣ ਕਰਕੇ ਕਰੋੜੀਆ ਉੱਠ ਬੈਠਿਓ ਬਖਸ਼ਿਓ ਨਿਜ ਗੁਣ ਕੈ। ਇਉਂ ਭਾਈ ਆਪਣੇ ਗੁਨਾਹਾਂ ਨੂੰ ਬਖਸ਼ਾ ਹੋ ਕੇ ਵੀ ਮਹਾਰਾਜ ਨੇ ਮੈਨੂੰ ਬਖਸ਼ ਦਿੱਤਾ, ਇਹ ਵਿਚਾਰ ਕਰਕੇ ਉੱਠ ਕੇ ਬੈਠ ਗਿਆ। ਨੀਕੇ ਲੱਗੇ ਉਬੇ ਲੋਕਨ ਤੈਸੇ, ਫਿਰ ਉਸੇ ਤਰ੍ਹਾਂ ਕਰੋੜੀ ਮੱਲ ਚੰਗੀ ਤਰ੍ਹਾਂ ਸਭ ਕੁਝ ਵੇਖਣ ਲੱਗ ਪਿਆ, ਭਾਵ ਉਹਨੂੰ ਦਿਸਣ ਲੱਗ ਪਿਆ। ਹੋਤੀ ਅਗਾਰੀ ਦ੍ਰਿਸ਼ਟ ਸੁਜੈਸੇ, ਜਿਹੋ ਜੀ ਪਹਿਲਾਂ ਉਹਦੀ ਦ੍ਰਿਸ਼ਟੀ ਨਿਗਾਹ ਸੀ ਉਸੇ ਤਰ੍ਹਾਂ ਹੋ ਗਈ। ਹਾਥ ਬੰਦ ਦ્વੈ ਹੋਇ ਕਰ ਠਾਡੋ,
ਫਿਰ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ ਖੜਾ ਹੋ ਕੇ ਬੋਲਿਓ, ਹਿਰਦੈ ਪ੍ਰੇਮ ਬਹੁ ਬਾਢੋ। ਬਹੁਤ ਹੀ ਆਪਣੇ ਹਿਰਦੇ ਵਿੱਚ ਪ੍ਰੇਮ ਵਧਾ ਕੇ ਕਹਿਣ ਲੱਗਿਆ, ਕਿਰਪਾ ਧਾਰ ਢਿਗ ਆਪਣੇ ਪਾਇਨ। ਕਹਿਣ ਲੱਗਿਆ, ਹੇ ਪਰਮੇਸ਼ਰ ਸਤਿਗੁਰੂ ਗੁਰੂ ਨਾਨਕ ਦੇਵ ਜੀ, ਕਿਰਪਾ ਧਾਰ ਢਿਗ ਆਪਣੇ ਪਾਇਨ। ਕਿਰਪਾ ਕਰਕੇ ਮਹਾਰਾਜ ਆਪਣੇ ਚਰਨਾਂ ਤੇ ਪ੍ਰਭ ਜੀ ਲੀਜੈ ਮੋਰ ਉਪਾਇਨ। ਹੇ ਪਰਮੇਸ਼ਰ ਸਤਿਗੁਰੂ ਜੀ, ਕਿਰਪਾ ਕਰੋ ਵੀ ਮੇਰੀ ਭੇਟਾ ਪ੍ਰਵਾਨ ਕਰੋ। ਜਹ ਬੈਠੇ ਇਹ ਸੁੰਦਰ ਅਵਨੀ। ਅੱਜ ਜਿੱਥੇ ਤੁਸੀਂ ਮਹਾਰਾਜ ਬੈਠੇ ਹੋ, ਰਾਵੀ ਦਾ ਕੰਢਾ ਹੈ, ਜਿੱਥੇ ਗੁਰਮੁਖੋ ਕਰਤਾਰਪੁਰ ਸਾਹਿਬ ਹੈ। ਸਾਰੀ ਫਿਰ ਜਿਹੜੀ ਜ਼ਮੀਨ ਸੀ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਮ ਤੇ ਹੀ ਇਸ ਨੇ ਦਾਨ ਕਰ ਦਿੱਤੀ, ਭੇਟਾ ਕਰ ਦਿੱਤੀ ਸੀ ਕਰੋੜੀ ਮੱਲ ਨੇ। ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਜਿੱਥੇ ਤੁਸੀਂ ਇਹ ਸੁੰਦਰ ਬੈਠੇ ਹੋ ਧਰਤੀ ਪਰ, ਧਰਮਸਾਲ ਬਨਵਾਵਹੁ ਰਵਨੀ। ਤੇ ਕਿਰਪਾ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ, ਰਵਨੀ ਵੀ ਸੁੰਦਰ ਨੂੰ ਕਹਿੰਦੇ, ਅਵਨੀ ਨਾਮ ਧਰਤੀ ਦਾ, ਇੱਥੇ ਸੋਹਣੀ ਸੁੰਦਰ ਧਰਮਸਾਲ ਬਣਵਾਵੋ। ਆਪਨੋ ਗ੍ਰਾਮ ਬਸਾਏ ਨਿਰਾਰਾ। ਤੇ ਮਹਾਰਾਜ ਜੀ ਕਿਰਪਾ ਕਰੋ, ਇੱਥੇ ਤੁਸੀਂ ਆਪਣਾ ਵੱਖਰਾ ਨਗਰ ਵਸਾਓ। ਸਿੱਖ ਸੰਤਨ ਕੋ ਦੇਹੁ ਆਹਾਰਾ। ਸਿੱਖ ਸੰਤ ਪੁਰਸ਼ਾਂ ਨੂੰ ਮਹਾਰਾਜ ਇੱਥੇ ਕਿਰਪਾ ਕਰਕੇ ਲੰਗਰ ਚਲਾਓ, ਭੋਜਨ ਪਾਣੀ ਦਿਓ। ਆਪਨ ਨਾਮ ਪਰ ਨਾਮ ਧਰੀਜੈ। ਤੇ ਬੇਨਤੀ ਹੈ, ਕਰੋੜੀ ਮੱਲ ਕਹਿੰਦਾ, ਮਹਾਰਾਜ ਇਸ ਨਗਰ ਦਾ ਨਾਂ ਵੀ ਆਪਣੇ ਨਾਮ ਤੇ ਤੁਸੀਂ ਧਰੋ। ਭੇਟ ਲਿਹੋ ਕਿਰਤਾਰਥ ਕੀਜੈ। ਇਹ ਸਾਰੀ ਜਗ੍ਹਾ ਮਹਾਰਾਜ ਭੇਟਾ ਰੂਪ ਦੇ ਵਿੱਚ ਲੈ ਲੋ ਤੇ ਮੇਰੇ ਕਲਿਆਣਤਾ ਕਰੋ। ਗੁਰੂ ਕਹਿਤ ਜੇ ਅਸ ਮਨ ਮਾਹੀ। ਗੁਰੂ ਸਾਹਿਬ ਕਹਿਣ ਲੱਗੇ ਵੀ ਜੇ ਕਰੋੜੀ ਮੱਲ ਇਸ ਤਰ੍ਹਾਂ ਤੇਰੇ ਮਨ ਵਿੱਚ ਹੈ, ਕਰੋ ਸੇਵ ਹਮ ਵਰਜਤ ਨਾਹੀ। ਠੀਕ ਹੈ, ਸੇਵਾ ਕਰ, ਅਸੀਂ ਤੈਨੂੰ ਰੋਕਦੇ ਨਹੀਂ। ਸਤ ਸੰਗਤ ਕੋ ਹੈ ਬਿਸਰਾਮਾ। ਇੱਥੇ ਸਤ ਸੰਗਤ ਦਾ ਟਿਕਾਣਾ ਹੋਵੇਗਾ। ਮਿਲ ਕਰ ਸਿਮਰਹਿਗੇ ਹਰ ਨਾਮਾ। ਤੇ ਸਾਰੇ ਮਿਲ ਕਰਕੇ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਸਿਮਰਾਂਗੇ। ਤਬ ਖੱਤਰੀ ਨਿਜ ਮਨ ਜ ਪਠਾਏ। ਤਾਂ ਫਿਰ ਕਰੋੜੀ ਮੱਲ ਖੱਤਰੀ ਨੇ ਆਪਣੇ ਜਿਹੜੇ ਮਨੁੱਖ ਸੀ ਉਹ ਭੇਜੇ ਹਨ। ਘਰ ਕੇ ਰਚਨਹਾਰ ਬੁਲਵਾਏ। ਸੋਹਣੀ ਸੁੰਦਰ ਧਰਮਸਾਲ ਤਿਆਰ ਕਰਵਾਉਣ ਵਾਸਤੇ, ਮਹਾਰਾਜ ਦਾ ਘਰ ਬਣਾਉਣ ਵਾਸਤੇ ਜਿਹੜੇ ਬਣਾਉਣ ਵਾਲੇ ਰਾਜ ਮਿਸਤਰੀ ਮਜ਼ਦੂਰ ਸਭ ਸੱਦ ਲਏ। ਤੇਹ ਠਾਂ ਤੂਰਨ ਕੀਨ ਤਿਆਰੀ। ਉਸ ਜਗ੍ਹਾ ਤੇ ਤੁਰੰਤ ਤਿਆਰੀਆਂ ਕਰ ਦਿੱਤੀਆਂ। ਨਗਰ ਬਨਾਇਓ ਸੁੰਦਰ ਢਾਰੀ। ਢਾਰੀ ਭਾਵ ਤਰ੍ਹਾਂ ਦਾ ਸੋਹਣੇ ਸੁੰਦਰ ਤਰੀਕੇ ਨਾਲ ਨਗਰ ਬਣਾਇਆ। ਇੱਕ ਧਰਮਸਾਲ ਰਚੀ, ਫਿਰ ਵੱਖ-ਵੱਖ ਮਕਾਨ ਬਣਾਏ। ਗੁਰੂ ਸਾਹਿਬ ਵਾਸਤੇ ਬਣਾਇਆ ਮਕਾਨ, ਹੋਰ ਵੀ ਬਣਾ ਦਿੱਤੇ। ਧਰਮਸਾਲ ਮਧ ਰਚ ਅਬਰਹਮ। ਉਹਨਾਂ ਘਰਾਂ ਦੇ ਵਿੱਚ ਵਿਚਾਲੇ ਭਾਈ ਸੋਹਣੀ ਸੁੰਦਰ ਧਰਮਸਾਲ ਰਚ ਕੇ ਧਰ ਕਰ ਧਾਰ ਪੁਰਾ ਗੁਰ ਨਾਮੂ। ਗੁਰੂ ਸਾਹਿਬ ਨੇ ਫਿਰ ਇਸ ਦਾ ਨਾਮ ਕਰਤਾਰਪੁਰ ਰੱਖਿਆ। ਕਰ ਬੇਨਤੀ ਸਤਿਗੁਰੂ ਅਗਾਰੀ। ਗੁਰੂ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ। ਲੈ ਕਰ ਗਮਨਿਓ ਤਾਹੇ ਮਝਾਰੀ। ਮਹਾਰਾਜ ਧਰਮਸਾਲ ਤਿਆਰ ਹੋ ਗਈ ਹੈ ਤੇ ਇਹ ਫਿਰ ਲੈ ਕਰਕੇ ਧਰਮਸਾਲ ਵਿੱਚ ਮਹਾਰਾਜ ਨੂੰ ਲੈ ਕੇ ਗਿਆ ਹੈ। ਬਹੁਤ ਸੁੰਦਰ ਪਰੇ ਅੰਕ ਡਸਾਇਓ। ਬਹੁਤ ਸੋਹਣਾ ਇਸਨੇ ਪਲੰਗ ਡਸਾਇਆ, ਹੱਥੇ ਡਾਇਆ ਹੈ। ਉਪਰ ਰੁਚਰ ਬਿਛੌਨਾ ਛਾਇਓ।
ਤੇ ਉਸ ਦੇ ਉੱਤੇ ਸੋਹਣਾ ਸੁੰਦਰ ਗਦੈਲਾ ਵਿਛਾਉਣਾ ਇਤਿਆਦਿਕ ਵਿਛਾਇਆ ਗਿਆ। ਤਾਹੇ ਬਿਠਾਏ ਭਾਉ ਕਰ ਭਾਰੀ। ਤੇ ਬਹੁਤ ਪ੍ਰੇਮ ਕਰਕੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਉਸ ਪਲੰਗ ਤੇ ਬਿਠਾਇਆ। ਧੂਪ ਦੀਪ ਆਰਤੀ ਉਤਾਰੀ। ਮਹਾਰਾਜ ਦੇ ਅੱਗੇ ਧੂਪ ਦਿਖਾਈ ਹੈ, ਦੀਵਾ ਬਾਲਿਆ ਹੈ, ਆਰਤੀ ਜਿਹੜੀ ਹੈ ਦੀਵੇ ਰੱਖ ਕਰਕੇ ਮਹਾਰਾਜ ਦੀ ਉਤਾਰੀ ਗਈ। ਕਈ ਵਾਰ ਇਹ ਗੱਲ ਸਪਸ਼ਟ ਕੀਤੀ ਹੈ, ਇੱਕ ਨਿਰਾਕਾਰ ਰੂਪ ਵਿੱਚ ਆਰਤੀ ਹੈ, ਇੱਕ ਇਸ਼ਟ ਰੂਪ ਆਰਤੀ ਹੈ, ਜਿਹੜੀ ਉਹ ਹੁਣ ਜਿਹਨੂੰ ਨਹੀਂ ਸਮਝ ਉਹ ਬੜਾ ਕਿੰਤੂ ਪ੍ਰੰਤੂ ਕਰਦੇ ਆ ਜੀ। ਹਜੂਰ ਸਾਹਿਬ ਥਾਲੀ 'ਚ ਦੀਵੇ ਰੱਖ ਕੇ ਆਰਤੀ ਕਰਦੇ ਨੇ ਜੀ, ਉੱਥੇ ਐਂ ਕਰਦੇ ਐ। ਤੇ ਉਹ ਫਿਰ ਜੇ ਤਾਂ ਹੁਣ ਇੱਕ ਹੁੰਦੇ ਆ ਸਮਝਣ ਵਾਲੇ, ਇੱਕ ਹੁੰਦੇ ਨੇ ਵੀ ਸਮਝਣਾ ਨਹੀਂ ਕੁਛ, ਉਹਨਾਂ ਨੇ ਤਾਂ ਮੁੱਦਾ ਬਣਾਉਣਾ ਹੁੰਦਾ ਗੱਲ ਨੂੰ। ਉਹ ਭਾਈ ਇਸ਼ਟ ਰੂਪ ਦੇ ਵਿੱਚ ਹੈ ਗੁਰੂ ਪਾਤਸ਼ਾਹ ਮਹਾਰਾਜ ਦੀ ਜਿਹੜੀ ਆਰਤੀ ਹੈ। ਨਿਹੰਗ ਜਥੇਬੰਦੀਆਂ ਲਗਭਗ ਜਿੱਥੇ ਵੀ ਛਾਉਣੀ ਹੋਊ ਇਸੇ ਤਰ੍ਹਾਂ ਹੀ ਕਰਦੇ ਨੇ। ਤੇ ਹੋਰ ਵੀ ਜਿਵੇਂ ਉਦਾਸੀ ਸੰਪਰਦਾ, ਨਿਰਮਲੇ ਆ, ਸਾਰੇ ਇਹ ਆਰਤੀਆਂ ਕਰਦੇ ਆ। ਇਹ ਚ ਕੋਈ ਗਲਤ ਨਹੀਂ ਹੈ। ਐਵੇਂ ਜੇ ਆਪਾਂ ਕਹੇ ਤਾਂ ਜੀ ਫਿਰ ਆਏ ਆ, ਉਹ ਹੁਣ ਅੱਜ ਕੱਲ ਇਹ ਹੋ ਗਿਆ ਮਿੰਟਾਂ 'ਚ ਕਹਿੰਦੇ ਤਾਂ ਜੀ RSS ਦੀ ਘੁਸਪੈਠ ਹੈ ਵੀ ਦੱਸ ਉਹਦੇ 'ਚ ਹੁਣ ਕੀ ਹੈ, ਦੀਵੇ ਹੈ ਉਹ ਬਣਾਉਣ ਵਾਲੇ ਨੇ ਬਣਾਏ ਹੋਣੇ ਆ ਤੇ ਉਹ ਤੇ ਘਿਓ ਪਾ ਲਿਆ, ਬੱਤੀ ਹੈ ਤੇ ਮਾੜੀ ਜੀ ਗੱਲ ਹੋਵੇ ਉਹ ਹੁਣ ਕਈ ਜਗ੍ਹਾ ਤੇ ਹੁੰਦਾ ਜੀ ਆਹ ਚੀਜ਼ ਕਿਉਂ ਆ, ਇਹ ਤਾਂ ਜੀ ਬਾਹਮਣਵਾਦ ਆ, ਫਲਾਣੀ ਚੀਜ਼ ਬਾਹਮਣ। ਇਹ ਐਵੇਂ ਇੱਕ ਜਿਹੜੀਆਂ ਨੇ ਨਾ ਗੱਲਾਂ ਬਣ ਗਈਆਂ ਅਸਲ ਵਿੱਚ, ਨਾ ਤਾਂ ਉਹ ਲੋਕ ਸਮਝਣਾ ਚਾਹੁੰਦੇ ਆ ਕੁਛ। ਤੇ ਇਹ ਬਾਤ ਸਮਝਣ ਵਾਸਤੇ ਅਸਲ ਵਿੱਚ ਗੱਲ ਇਹ ਹੁੰਦੀ ਹੈ ਵੀ ਐਵੇਂ 10-20 ਮਿੰਟ ਵਿੱਚ ਕੋਈ ਗੱਲ ਸਮਝਾਈ ਨਹੀਂ ਜਾਂਦੀ। ਇਹ ਤਾਂ ਉਹਨਾਂ ਦੇ ਅੰਦਰ ਪੈਦਾ ਹੁੰਦੀ ਹੈ, ਸਮਝ ਆਉਂਦੀ ਹੈ ਜਿਹੜੇ ਲਗਾਤਾਰ ਕੋਈ ਸਤਸੰਗ ਕਰਦੇ ਰਹਿਣ। ਹੁਣ ਜਿਹੜੇ ਆ ਕੁਛ ਪ੍ਰਚਾਰ ਕਹਿੰਦੇ ਨੇ ਸਤਸੰਗ ਨਹੀਂ ਕੀਤਾ ਅਸਲ ਵਿੱਚ, ਨਾ ਤਾਂ ਕਿਸੇ ਸੰਪਰਦਾ ਵਿੱਚ ਰਹੇ। ਪਹਿਲਾਂ ਹੁਣ ਹੁੰਦਾ ਸੀ ਕੋਈ ਸੰਥਿਆ ਵੀ ਕਰਨੀ, ਬਾਣੀ ਸਿੱਖਦੇ ਸੀ, ਉਹਦੇ ਗੁਰਮੁਖੋਂ ਸੇਵਾ ਵੀ ਕਰਨੀ, ਉਹਦੇ ਬਸਤਰ ਵੀ ਧੋਂਦੇ, ਸਾਰਾ ਕੁਝ ਕਰਦੇ, ਜੋੜਾ ਵੀ ਚੱਕ ਕੇ ਇੱਧਰ ਉੱਧਰ ਰੱਖਦੇ। ਹੁਣ ਜ਼ਮਾਨਾ ਹੈ ਨਹੀਂ। ਹੁਣ ਉਹ ਕਾਲਜਾਂ ਵਿੱਚ ਜਾ ਕੇ ਪੜ੍ਹਦੇ ਆ ਤੇ ਉੱਥੋਂ 2 ਸਾਲ ਜਿਹੜਾ ਹੈ 2-2.5 ਸਾਲ ਇੱਕ ਕੋਰਸ ਵਗੈਰਾ ਜਾਂ ਕਰ ਲੈਂਦੇ ਆ। ਉਦੋਂ ਬਾਅਦ ਉਹ ਕਹਿੰਦੇ ਹੁਣ ਅਸੀਂ ਪ੍ਰਚਾਰਕ ਬਣ ਗਏ। ਤੇ ਉਹ ਫਿਰ ਨਾ ਤਾਂ ਕਿਸੇ ਦੇ ਕੋਈ ਅਧੀਨਗੀ ਵਿੱਚ ਰਹਿ ਕੇ ਭਾਵਨਾ ਜਾਗੀ ਤੇ ਅੱਗੇ ਕੋਈ ਸਤਪੁਰਸ਼ ਕੋਲ ਹੁੰਦੇ ਫਿਰ ਉਹ ਸਤਿਕਾਰ ਕਰਦੇ ਹੁੰਦੇ। ਹੁਣ ਇਸੇ ਕਰਕੇ ਤੁਸੀਂ ਦੇਖੋ ਸਤਿਕਾਰ ਨਹੀਂ ਰਿਹਾ, ਬਜ਼ੁਰਗਾਂ ਦਾ ਨਹੀਂ ਰਿਹਾ ਹੈਗਾ। ਅੱਗੇ ਜੇ ਕਿਸੇ ਦੇ ਚਿੱਟਾ ਦਾੜਾ ਹੋਣਾ ਦਾ ਸਤਿਕਾਰ ਕਰਨਾ, ਪਾਠੀ ਦਾ ਸਤਿਕਾਰ ਕਰਨਾ। ਤੇ ਹੁਣ ਜ਼ਮਾਨਾ ਹੋਰ ਹੈ, ਤਾਂ ਬਿਰਲੇ ਘਰ ਹੈ, ਨਹੀਂ ਤਾਂ ਕੋਈ ਚਾਹ ਨਹੀਂ ਪੁੱਛਣ ਨੂੰ ਤਿਆਰ ਪਾਠੀ ਨੂੰ ਕੋਈ ਨਹੀਂ। ਤੇ ਹੁਣ ਇਹ ਜਿਹੜੇ ਫਲ ਅੱਗੇ ਆਪਾਂ ਸਤਪੁਰਸ਼ਾਂ ਨੂੰ ਸੁਣਨਾ ਭਾਈ ਜਿੰਨੀ ਸੇਵਾ ਕਰ ਲਓਗੇ ਉਹਨਾਂ ਫਲ ਪ੍ਰਾਪਤ ਹੋ ਜੂ। ਹੁਣ ਨੁਕਤਾ ਚੀਨੀ ਹੈ। ਇਸ ਕਰਕੇ ਹਾਲਾਤ ਇਹ ਬਣਦੇ ਜਾਂਦੇ ਆ। ਕੋਈ ਨਵਾਂ ਤੁਸੀਂ ਦੇਖ ਲਓ, ਮੈਨੂੰ ਤੇ ਇੱਥੇ ਹੋ ਗਿਆ ਆਪਣੇ ਕੋਲ, ਇੱਥੇ ਹੁਣ 50 ਬੱਚੇ ਪਾਠ ਸਿੱਖਦੇ ਹੁੰਦੇ ਸੀ, ਹੁਣ ਸਾਲ ਹੋ ਗਿਆ ਇੱਕ ਨਹੀਂ ਆਉਣ ਨੂੰ ਤਿਆਰ। ਕਾਰਨ ਕੀ? ਰੁਚੀ ਖਤਮ ਹੋ ਗਈ। ਕਿਉਂਕਿ ਜਿਹੜਾ ਉੱਠਦਾ ਹੈ ਉਹ ਇੱਧਰ ਨੂੰ ਸੂਈ ਧਰ ਲੈਂਦਾ ਹੈ। ਜਮਾਂ ਜਿਹੜੇ ਚਵਲ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਕਹਿੰਦੇ ਪਿੰਡ ਦਾ ਚਵਲ ਬੰਦਾ, ਉਹ ਵੀ ਪਾਠੀਆਂ ਦੇ ਤਵਾ ਲਾਉਂਦਾ ਹੈ। ਤੇ ਇਸ ਕਰਕੇ ਫਿਰ ਉਹ ਜਿਹੜਾ ਹੈ ਇੱਧਰੋਂ ਹੁਣ ਦੁਨੀਆ ਮੁੱਖ ਮੋੜਦੀ ਜਾਂਦੀ ਹੈ। ਤੇ ਆਹੀ ਹਾਲਾਤ ਰਹੇ, ਇਹ ਤੁਸੀਂ ਵੀ ਦੇਖ ਲਿਓ। ਜਿਹੜੇ ਹੁਣ ਪੁਰਾਣੇ ਰਹਿ ਗਏ ਤੇ ਇਸ ਕਰਕੇ ਹੁਣ ਜੇ ਕੋਈ ਵਾਰ ਮਿਲਦਾ, ਕਿੰਨੀ ਵਾਰ ਹੁੰਦਾ ਉਹਨੇ ਉਹ ਪਾਠ ਹੀ ਨਹੀਂ ਕੀਤਾ, ਉਹੀ ਨਗਾਈ। ਹੁਣ ਕੈਮਰੇ ਕੁਮਰੇ ਲੱਗਿਆ ਜਿਹਨੂੰ ਪਤਾ ਲੱਗੇ, ਉਹ ਕਾਰਨ ਇਹ ਹੋ ਗਿਆ ਕਿਉਂਕਿ ਆਣਾ ਅਧਿਕਾਰਤ ਬੰਦੇ ਇੱਧਰ ਨੂੰ ਆ ਗਏ। ਉਹ ਫਿਰ ਹਾਲਾਤ ਹੀ ਹੁੰਦੇ ਆ। ਤੇ ਬਹੁਤੇ ਵਿੱਚ ਹੁਣ ਇਸ਼ਨਾਨ ਹੀ ਨਹੀਂ ਕਰਦੇ। ਵਾਹੋ ਜੀ ਮੈਂ ਬੰਦਗੋਏ ਤਾਂ ਰੋੜ ਲਾ ਕੇ ਹਟਿਆ ਐਡੀ ਛੇਤੀ, ਇੱਕ ਵਾਰੀ ਦਿਹਾੜੀ ਚ ਨਹਾ ਲੇ ਬਹੁਤ ਆ ਬਸ। ਤੇ ਪਹਿਲਾਂ ਹੁਣ ਆਪਾਂ ਦੇਖਦੇ ਰਹੇ ਕਾਰਨ ਕੀ ਸੀ, ਜਦੋਂ ਹੁਣ ਹੈ ਹੀ ਨਹੀਂ ਹੈ ਤੇ ਫਿਰ ਉਹ ਅਣਅਧਿਕਾਰਤ ਲੋਕ ਵਿੱਚ ਆ ਜਾਂਦੇ ਆ। ਉਹਨਾਂ ਨੂੰ ਸ਼ਰਧਾ ਨਹੀਂ, ਭਾਵਨਾ ਨਹੀਂ ਹੁੰਦੀ ਕੋਈ। ਤੇ ਹਾਲਾਤ ਜਿਹੜੇ ਆ ਉਹ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਕੈਸੇ ਹੋਣੇ ਆ। ਰਹੋ ਵਿਚਾਰ। ਗੁਰੂ ਪਾਤਸ਼ਾਹ ਮਹਾਰਾਜ ਨੇ ਨੂੰ ਬਿਠਾਇਆ ਹੈ, ਤਾਹੇ ਬਿਠਾਏ ਭਾਉ ਕਰ ਭਾਰੀ। ਧੂਪ ਦੀਪ ਆਰਤੀ ਉਤਾਰੀ, ਮਹਾਰਾਜ ਦੀ ਆਰਤੀ ਉਤਾਰੀ ਹੈ। ਜੈ ਜੈ ਗੁਰ ਭਗਤਨ ਸੁਖਕਾਰੀ।
ਗੁਰੂ ਸਾਹਿਬ ਦੀ ਜੈ ਜੈਕਾਰ ਕੀਤੀ ਹੈ ਕਿ ਹੇ ਭਗਤਾਂ ਦੇ ਸੁਖਦਾਇਕ ਹੋ। ਅਸੁਰ ਸੰਘਾਰਨ ਭੇਦ ਉਚਾਰੀ। ਤੇ ਜਿਹੜੇ ਅਸੁਰ ਰਾਖਸ਼ ਦੈਂਤ ਨੇ ਉਹਨਾਂ ਦਾ ਸੰਘਾਰ ਕਰਨ ਵਾਲੇ, ਅਸੁਰੀ ਸੰਪਦਾ ਹੁੰਦੀ ਹੈ ਜਿਹੜੇ ਜਿਵੇਂ ਵਿਕਾਰ ਹੈ ਜਾਂ ਔਗਣ ਨੇ, ਇਹ ਵੀ ਅਸੁਰੀ ਸੰਪਦਾ ਹੈ। ਇਹਨਾਂ ਨੂੰ ਸੰਘਾਰਨ ਵਾਲੇ, ਵੇਦ ਉਚਾਰੀ, ਗਿਆਨ ਦਾ ਉਚਾਰਨ ਕਰਨ ਵਾਲੇ ਹੋ। ਮੈਂ ਖਲ ਬਹੁਤ ਖਤਾ ਤੁਮ ਕੀਨੀ। ਤੇ ਮਹਾਰਾਜ ਮੈਂ ਮੂਰਖ ਬੰਦਾ, ਕਰੋੜੀ ਮੱਲ ਕਹਿੰਦਾ, ਬਹੁਤ ਤੁਹਾਡੀ ਨਿੰਦਿਆ ਕੀਤੀ, ਗੁਨਾਹ ਕੀਤਾ। ਤਰਾਹੇ ਤਰਾਹੇ ਬਖਸ਼ੋ ਵਰ ਦੀਨੀ। ਕਿਰਪਾ ਕਰਕੇ ਮਹਾਰਾਜ ਤਰਾਹੇ ਤਰਾਹੇ, ਮੇਰੀ ਤੋਬਾ ਤੋਬਾ ਹੈ, ਕਿਰਪਾ ਕਰੋ ਮੈਨੂੰ ਬਖਸ਼ ਦਿਓ, ਵਰ ਬਖਸ਼ੋ ਜੀ। ਸੁਨ ਬੇਨਤੀ ਪਿਖ ਸ਼ਰਧਾ ਦਿਆਲਾ। ਉਸ ਦੀ ਬੇਨਤੀ ਸੁਣ ਕੇ ਤੇ ਦਿਆਲੂ ਸਤਿਗੁਰੂ ਜੀ ਉਹਦੀ ਸ਼ਰਧਾ ਵੇਖ ਕੇ ਹੁਤ ਪ੍ਰਸੰਨ ਤਬ ਪ੍ਰਭੂ ਕਿਰਪਾਲਾ। ਖੁੱਤ ਜਾਂ ਹੋਏ ਉਸ ਸਮੇਂ ਪਰਮੇਸ਼ਰ ਸਰੂਪ ਕਿਰਪਾਲੂ ਸਤਿਗੁਰੂ ਜੀ ਉਹਦੇ ਤੇ ਪ੍ਰਸੰਨ ਹੋਏ। ਕਿਰਪਾ ਦ੍ਰਿਸ਼ਟ ਕਰ ਨਾ ਕਰ ਹੇਰੀ। ਕਿਰਪਾ ਦ੍ਰਿਸ਼ਟੀ ਨਾਲ ਕਿਰਪਾ ਕਰਕੇ ਉਸ ਨੂੰ ਵੇਖਿਆ। ਖੁੱਲੇ ਕਪਾਟ ਤਬਹਿ ਬਿਨ ਦੇਰੀ। ਤੇ ਬਿਨਾਂ ਦੇਰੀ ਤੋਂ ਭਾਵ ਤੁਰੰਤ ਹੀ ਉਸਦੇ ਕਪਾਟ ਖੁੱਲ ਗਏ ਕਰੋੜੀ ਮੱਲ ਦੇ। ਸੰਮਤ ਖਟ 50 ਕੇ ਮਾਹੀ। ਇਹ ਭਾਈ ਕਦੋਂ ਹੋਇਆ ਪ੍ਰਸੰਗ ਉਹ ਹੁਣ ਦੱਸਦੇ ਨੇ, ਕਿਉਂਕਿ ਸੰਤਰੇਣ ਪ੍ਰੇਮ ਸਿੰਘ ਜੀ ਨੇ ਨਾਨਕ ਸ਼ਾਹੀ ਸੰਮਤੀ ਵਰਤਿਆ ਸਾਰੀ ਕਥਾ ਵਿੱਚ। ਤੇ ਇੱਥੇ ਹੁਣ ਉਹ ਦੱਸਦੇ ਨੇ ਕਿ ਸੰਮਤ ਖਟ 50, ਖਟ ਨਾਮ 6 ਹੈ, 50 ਭਾਵ 56 ਸਾਲ ਦੇ ਵਿੱਚ ਹੋਇਆ। ਵੀ ਉਸ ਸਮੇਂ ਮਹਾਰਾਜ ਨੂੰ 56ਵਾਂ ਸਾਲ ਉਮਰ ਰੂਪ ਵਿੱਚ ਹੈ। ਮੇਖ ਸਮਾਸ ਸੰਕਰਾਂਤ ਸੁਆਹੀ। ਮੇਖ ਕਹਿੰਦੇ ਨੇ ਜਿਹੜੀ ਗੁਰਮੁਖੋ ਵਿਸਾਖੀ ਹੈ, ਵਿਸਾਖ ਦੀ ਸੰਗਰਾਂਦ ਸੀ ਉਸ ਦਿਨ, ਜਿੱਦਾਂ ਇਹ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਨੇ ਇਹ ਕਿਰਪਾ ਕੀਤੀ। ਉਹ ਦਿਨ ਜਿਹੜਾ ਸੀ ਧਰਮਸਾਲ ਬਣ ਕੇ ਜਿੱਦਾਂ ਤਿਆਰ ਹੋਈ ਮਹਾਰਾਜ, ਪਹਿਲੇ ਦਿਨ ਉਸ ਸਥਾਨ ਦੇ ਵਿੱਚ ਫਿਰ ਪਲੰਗ ਤੇ ਬਰਾਜੇ। ਤੇ ਉਸ ਦਿਨ ਵਿਸਾਖ ਮਹੀਨੇ ਦੀ, ਮੇਖ ਵਿਸਾਖ ਨੂੰ ਕਹਿੰਦੇ ਆ, ਮੇਖ ਮਾਸ, ਤੇ ਸੰਗਰਾਂਦ ਦਾ ਦਿਨ ਸੀ। ਬਹੁ ਪੰਚਾਮ੍ਰਿਤ ਕਰ ਵਰਤਾਇਓ। ਤੇ ਬਹੁਤ ਕੜਾਹ ਪ੍ਰਸ਼ਾਦ ਤਿਆਰ ਕਰਕੇ ਵਰਤਾਇਆ ਹੈ। ਪੁਰ ਕਰਤਾਰ ਬਸੇ ਸੁਖ ਪਾਇਓ। ਕਰਤਾਰਪੁਰ ਸਾਹਿਬ ਬਸ ਗਏ ਸਾਰੇ ਭਾਈ, ਬਹੁਤ ਆਨੰਦ ਸੁਖ ਪਾਇਆ। ਲੈ ਕਰੋੜੀ ਆਇਸ ਗੁਰ ਪਾਸ। ਫਿਰ ਕਰੋੜੀ ਮੱਲ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕਰਕੇ ਨਨਕਾਣੇਗਾ ਗੁਰ ਪਿਤ ਪਾਸ। ਗੁਰੂ ਸਾਹਿਬ ਜੀ ਦੇ ਪਿਤਾ ਬਾਬਾ ਕਲਿਆਣ ਦਾਸ ਮਹਿਤਾ ਜੀ ਦੇ ਕੋਲ ਨਨਕਾਣਾ ਸਾਹਿਬ ਗਿਆ ਹੈ। ਸਤਿਗੁਰ ਕਾ ਬਿਰਤੰਤ ਸੁਨਾਇਓ। ਗੁਰੂ ਨਾਨਕ ਦੇ ਪਾਤਸ਼ਾਹ ਦਾ ਸਾਰਾ ਇਹ ਬਿਰਤਾਂਤ ਜੋ ਜੋ ਹੋਇਆ, ਕਿਵੇਂ ਨਗਰ ਵੱਜ ਗਿਆ, ਉਹ ਸੁਣਾ ਦਿੱਤਾ। ਰਾਵੀ ਤਟ ਗੁਰਪੁਰਾ ਬਨਾਇਓ। ਦੱਸਿਆ ਕਿ ਰਾਵੀ ਦੇ ਕੰਢੇ ਗੁਰੂ ਸਾਹਿਬ ਨੇ ਪੁਰੀ ਬਣਾਈ ਹੈ, ਵਸਾਈ ਹੈ। ਕਰਤਾਰਪੁਰ ਸਾਹਿਬ ਯਾਦ ਕੀਓ ਚਲ ਦਰਸ਼ਨ ਦੇਵੋ। ਤੇ ਹੁਣ ਪਿਤਾ ਬਾਬਾ ਜੀ ਤੁਹਾਨੂੰ ਮਹਾਰਾਜ ਨੇ ਯਾਦ ਕੀਤਾ ਹੈ, ਚਲੋ ਉੱਥੇ ਚੱਲ ਕੇ ਦਰਸ਼ਨ ਦੇਵੋ। ਸਭ ਪਰਿਵਾਰ ਸੰਗ ਨਿਜ ਲੇਵੋ। ਤੇ ਨਾਲ ਆਪਣੇ ਸਾਰਾ ਪਰਿਵਾਰ ਵੀ ਲੈ ਚੱਲੋ। ਸੁਣ ਕਰ ਕਾਲੂ ਤ੍ਰਿਪਤਾ ਮਾਈ। ਸੁਣ ਕਰਕੇ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ। ਮ੍ਰਿਤਕ ਪੁਰਖ ਜੀਵਨ ਜਨ ਪਾਈ। ਤੇ ਇਉਂ ਮ੍ਰਿਤਕ ਪੁਰਖ ਜੀਵਨ ਜਨ ਪਾਈ, ਜਿਵੇਂ ਇਉਂ ਉਹਨਾਂ ਨੂੰ ਹੋਇਆ ਜਿਵੇਂ ਮਰੇ ਹੋਏ ਕਿਸੇ ਪੁਰਸ਼ ਨੂੰ ਜ਼ਿੰਦਗੀ ਮਿਲ ਜਾਂਦੀ ਹੈ।
ਭਾਵ ਉਹਨੇ ਜਾਨ ਪਾ ਲਈ ਹੋਵੇ, ਇਉਂ ਹੋਇਆ। ਸ੍ਰੀ ਨਾਨਕੀ ਔਜੈ ਰਾਮ। ਸ੍ਰੀ ਨਾਨਕੀ ਬੇਬੇ ਨਾਨਕੀ ਜੀ ਤੇ ਹੋਰ ਜਿਹੜੇ ਹਨ ਭਾਈਆ ਜੈ ਰਾਮ ਜੀ। ਭੇ ਪਰਲੋਕ ਸੋਗੇ ਗੁਣ ਧਾਮ। ਉਹ ਉਸ ਸਮੇਂ ਭੇ ਪਰਲੋਕ ਸੋਗੇ, ਪਰਲੋਕ ਗਵਨ ਕਰ ਗਏ ਸਨ ਗੁਣਾਂ ਦੇ ਧਾਮ। ਸ੍ਰੀ ਚੰਦ ਜੀ ਭੀ ਇਤ ਆਇਓ। ਫਿਰ ਬਾਬਾ ਸ੍ਰੀ ਚੰਦ ਜੀ ਉਹ ਵੀ ਇੱਥੇ ਆ ਗਏ। ਨਿਜ ਪਰਿਵਾਰ ਬਸਤ ਸੁਖ ਪਾਇਓ। ਇਉਂ ਸਾਰਾ ਪਰਿਵਾਰ ਇੱਥੇ ਬਸ ਗਿਆ, ਸੁਖ ਪਾਇਆ ਹੈ। ਤਾਤ ਕਾਲ ਤਬ ਕੀਨ ਤਿਆਰੀ। ਤੇ ਉਸ ਸਮੇਂ ਤੁਰੰਤ ਹੀ ਸਭ ਨੇ ਤਿਆਰੀ ਕਰ ਲਈ। ਸਿੰਦਨ ਸੁਖ ਪਾਲਨ ਅਸਵਾਰੀ। ਤੇ ਇਉਂ ਜਿਹੜੇ ਸਿੰਦਨ ਕਹਿੰਦੇ ਨੇ ਰਾਤ ਨੂੰ, ਉਹ ਭਾਈ ਜਿਹੜੇ ਸੁੱਖ ਵਾਲਾ ਸੋਹਣਾ ਸੁੰਦਰ ਸਵਾਰੀਆਂ ਰਾਤ ਤਿਆਰ ਕਰ ਲਏ। ਮਾਤ ਸੁਲੱਖਣੀ ਚਰੀ ਸੋ ਡੋਰੇ। ਮਾਤਾ ਸੁਲੱਖਣੀ ਵੀ ਡੋਲੇ ਵਿੱਚ ਬੈਠ ਗਈ। ਸ੍ਰੀ ਚੰਦ ਲਖਮੀ ਚੰਦ ਘੋਰੇ। ਬਾਬਾ ਸ੍ਰੀ ਚੰਦ ਬਾਬਾ ਲਖਮੀ ਚੰਦ ਜੀ ਘੋੜਿਆਂ ਤੇ ਸਵਾਰ ਹਨ। ਸਭ ਪਰਿਵਾਰ ਸੋ ਚੱਲਿਓ ਮੰਗਾ। ਸਾਰਾ ਪਰਿਵਾਰ ਉਤਸ਼ਾਹ ਦੇ ਸਹਿਤ ਚੱਲਿਆ ਹੈ। ਸੇਵਾ ਕਰਤ ਕਰੋੜੀ ਸੰਗਾ। ਨਾਲ ਕਰੋੜੀ ਮੱਲ ਸੇਵਾ ਕਰਦਾ ਉਹ ਵੀ ਆ ਰਿਹਾ ਹੈ। ਮਗ ਉਲੰਘ ਕਰ ਪਹੁੰਚੇ ਤਹਾਂ। ਤੇ ਉਹ ਰਸਤਾ ਲੰਘ ਕਰਕੇ ਇੱਥੇ ਪਹੁੰਚ ਗਏ। ਸ੍ਰੀ ਕਰਤਾਰਪੁਰਾ ਥੋ ਜਹਾਂ। ਜਿੱਥੇ ਭਾਈ ਅੱਜ ਸ੍ਰੀ ਕਰਤਾਰਪੁਰ ਸਥਾਨ ਹੈ। ਸਤਿਗੁਰ ਮਾਤ ਪਿਤਾ ਕੋ ਹੀਰ। ਗੁਰੂ ਸਾਹਿਬ ਨੇ ਮਾਤਾ ਪਿਤਾ ਨੂੰ ਵੇਖਿਆ। ਚਰਨਨ ਪਰ ਗਏ ਤਿਸ ਬੇਰ। ਮਾਤਾ ਪਿਤਾ ਸਤਿਕਾਰ ਰੂਪ ਵਿੱਚ ਉਹਨਾਂ ਦੇ ਚਰਨਾਂ ਤੇ ਸਤਿਗੁਰੂ ਜੀ ਉਸ ਸਮੇਂ ਮੱਥਾ ਟੇਕਦੇ ਹਨ। ਮਾਤ ਪਿਤਾ ਸੁਤ ਲੇ ਕਰ ਅੰਕਾ। ਮਾਤਾ ਪਿਤਾ ਨੇ ਆਪਣੇ ਪੁੱਤਰ ਨੂੰ ਗਲਵੱਕੜੀ ਵਿੱਚ ਲਿਆ ਹੈ। ਚੂਮਿਓ ਮਸਤਕ ਜੋ ਅਕਲੰਕਾ। ਇਉਂ ਮਸਤਕ ਨੂੰ ਚੁੰਮਿਆ ਜੋ ਆ ਕਲੰਕਾ, ਜੋ ਕਲੰਕ ਤੋਂ ਰਹਿਤ ਮਸਤਕ ਹੈ। ਚੋਣੀ ਚਰਨਨ ਪਰ ਸਿਰ ਨਾਏ। ਚੋਣੀ ਭਾਵ ਮਾਤਾ ਸੁਲੱਖਣੀ ਜੀ, ਕਿਉਂਕਿ ਚੋਣਾ ਗੋਤ ਸੀ ਉਹਨਾਂ ਦਾ, ਖੱਤਰੀ ਸਨ ਚੋਣੇ ਗੋਤ ਦੇ। ਉਹ ਵੀ ਚਰਨਾਂ ਤੇ ਸੀਸ ਨਿਵਾਇਆ। ਜੁਗ ਸੁਤ ਚਰਨਨ ਪਰ ਲਪਟਾਏ। ਦੋਵੇਂ ਪੁੱਤਰ ਵੀ ਮਹਾਰਾਜ ਦੇ ਚਰਨਾਂ ਨੂੰ ਲਿਪਟੇ ਹਨ। ਤਾਹੇ ਸਮੇਂ ਕਾ ਜੋ ਉਤਸ਼ਾਹੇ। ਉਸ ਸਮੇਂ ਦਾ ਭਾਈ ਜੋ ਉਤਸ਼ਾਹ ਹੈ। ਕੋ ਕਬ ਕਵਿਤਾ ਸਕਹਿ ਬਨਾਏ। ਕਹਿੰਦੇ ਹੁਣ ਉਹਨੂੰ ਕਿਹੜਾ ਐਸਾ ਕਵੀ ਹੈ ਵੀ ਜਿਹੜਾ ਕਵਿਤਾ ਦੇ ਵਿੱਚ ਕੋਈ ਬਣਾ ਕੇ ਬਿਆਨ ਕਰ ਸਕੇ। ਮਰਦਾਨੇ ਸੁਤ ਜੋ ਸ਼ਾਹਜ਼ਾਦਾ। ਫਿਰ ਭਾਈ ਮਰਦਾਨੇ ਦਾ ਪੁੱਤਰ ਜੋ ਸ਼ਾਹਜ਼ਾਦਾ ਲਿਖਿਆ, ਸਜਾਦਾ ਨਾਮ ਸੀ। ਆਏ ਦਰਸਿਓ ਗੁਰ ਅਹਿਲਾਦਾ। ਉਹਨੇ ਵੀ ਪ੍ਰੇਮ ਸਹਿਤ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ। ਪਿਤਾ ਚਲਾਣੇ ਕੀ ਸੁਣ ਬਾਤਾ। ਪਿਤਾ ਦੇ ਕਾਲ ਚਲਾਣੇ ਦੀ ਉਸਨੂੰ ਗੱਲ ਪਤਾ ਲੱਗੀ। ਮਨ ਮੁਰਝਾਇਓ ਮੋਹ ਜੋ ਤਾਤਾ। ਮਨ ਮੁਰਝਾ ਗਿਆ ਜੋ ਪਿਤਾ ਦੇ ਮੋਹ ਵਿੱਚ। ਸ੍ਰੀ ਸਤਿਗੁਰ ਕਰ ਕਿਰਪਾ ਹੇਰਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ। ਮਰਦਾਨੇ ਗਾਦੀ ਤਿਸ ਬੇਰਾ। ਤੇ ਉਸ ਸਮੇਂ ਮਰਦਾਨੇ ਦੀ ਥਾਂ ਤੇ ਉਸ ਗੱਦੀ ਪਰ ਬਠਲਾਇਓ ਸ਼ਾਹਜ਼ਾਦਾ ਖਾਸ। ਆਪ ਸਤਿਗੁਰਾਂ ਨੇ ਗੱਦੀ ਭਾਵ ਕੀ ਹੁੰਦਾ ਵੀ ਉਸ ਕੰਮ ਦੀ ਜ਼ਿੰਮੇਵਾਰੀ ਕਿਸੇ ਨੂੰ ਸੌਂਪ ਦੇਣੀ। ਤੇ ਉਹ ਫਿਰ ਆਪ ਸ਼ਹਿਜ਼ਾਦਾ ਜਿਹੜਾ ਸ਼ਹਿਜ਼ਾਦਾ ਸੀ ਉਹਨੂੰ ਮਹਾਰਾਜ ਨੇ ਬਿਠਾਇਆ ਆਪਣੇ ਨਾਲ। ਕਰਤ ਕੀਰਤਨ ਸਤਿਗੁਰ ਪਾਸ।
ਤੇ ਉਹ ਭਾਈ ਫਿਰ ਸਤਿਗੁਰੂ ਜੀ ਦੇ ਕੋਲ ਕੀਰਤਨ ਕਰਦਾ ਰਿਹਾ। ਇਹ ਤਾਂ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ। ਇੱਥੇ ਤੱਕ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ, ਪ੍ਰਥਮ ਮਹੱਲੇ ਪਹਿਲੇ ਮਹੱਲੇ ਦਾ ਕਰਤਾਰਪੁਰ ਵਸਾਵਨ ਪ੍ਰਸੰਗ ਵਰਣਨ, ਭਾਵ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਕਿ ਕਿਵੇਂ ਉਹਨਾਂ ਨੇ ਕਰਤਾਰਪੁਰ ਸਾਹਿਬ ਵਸਾਇਆ, ਉਹ ਪ੍ਰਸੰਗ ਵਰਣਨ ਕੀਤਾ ਹੈ। ਨਾਮ 56ਵਾਂ ਮੰਦਰ ਹੈ, ਭਾਵ 56ਵਾਂ ਇਹ ਭਾਈ ਘਰ ਦਾ ਪ੍ਰਸੰਗ ਸੀ। ਦੋਹਰਾ ਅੱਗੇ ਹੁਣ 57ਵੇਂ ਘਰ ਦਾ ਪ੍ਰਸੰਗ ਦੱਸਣ ਲੱਗੇ ਤੇ ਪਹਿਲਾਂ ਮੰਗਲ ਕਰਦੇ ਹਨ। ਰੇ ਮਨ ਗੁਰ ਪਗ ਓਟ ਲੇ, ਮਨ ਬਾਛਤ ਸੁਖ ਪਾਹੇ। ਹੇ ਮਨ, ਭਾਈ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਲਾ, ਤਾਂ ਕੀ ਹੋਊਗਾ? ਇਹਦਾ ਫਲ ਕੀ ਹੈ? ਮਨ ਬਾਛਤ ਸੁਖ ਪਾਏ। ਜਿੰਨੇ ਵੀ ਮਨ ਇੱਛਤ ਸੁਖ ਨੇ ਉਹ ਤੈਨੂੰ ਪ੍ਰਾਪਤ ਹੋ ਜਾਣਗੇ। ਜਨ ਲੀਨੀ ਸੋ ਮੁਕਤ ਭਾ, ਆਗੇ ਲੈ ਤਰ ਜਾਹੇ। ਤੇ ਜਿਹਨੇ ਭਾਈ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ ਉਹ ਮੁਕਤ ਹੋ ਗਏ। ਤੇ ਇਉਂ ਆਗੇ ਲੈ, ਜਿਨ੍ਹਾਂ ਨੇ ਹੋਰ ਅੱਗੇ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਲੈਣਗੇ ਉਹ ਵੀ ਤਰ ਜਾਣਗੇ। ਚੌਪਈ ਸਰੋਤਾ ਸੁਣੀਏ ਕਥਾ ਰਸਾਲਾ। ਹੁਣ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਕਿ ਹੇ ਸਰੋਤਾ ਜਨੋ, ਭਾਈ ਅੱਗੇ ਜੋ ਰਸਦਾਇਕ ਕਥਾ ਹੈ ਸਰਵਣ ਕਰੋ। ਸ੍ਰੀ ਗੁਰੂ ਨਾਨਕ ਦੀਨ ਦਿਆਲਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਨ ਦਿਆਲੂ ਸਤਿਗੁਰੂ, ਰਹਿਣ ਲੱਗੇ ਸੁਖ ਸਹਿ ਪਰਵਾਰੂ। ਆਪਣੇ ਪਰਿਵਾਰ ਸਮੇਤ ਸੁੱਖਾਂ ਨਾਲ ਹੁਣ ਇੱਥੇ ਕਰਤਾਰਪੁਰ ਸਾਹਿਬ ਰਹਿਣ ਲੱਗੇ। ਆਠੋ ਜਾਮ ਸਿਫਤ ਕਰਤਾਰੂ, ਤੇ ਉੱਥੇ 8 ਪਹਿਰ ਕਰਤਾਰ ਦੀ ਸਿਫਤ ਹੁੰਦੀ ਹੈ। ਭੇਖ ਉਦਾਸੀ ਗੁਰ ਜੋ ਧਾਰਾ। ਜਿਹੜਾ ਉਦਾਸੀ ਭੇਖ, ਉਹ ਬਾਣਾ ਸਤਿਗੁਰੂ ਪਾਤਸ਼ਾਹ ਨੇ ਉਦਾਸੀਆਂ ਕਰਨ ਦੇ ਸਮੇਂ ਪਾਇਆ ਹੋਇਆ ਸੀ। ਰਟਨ ਕੀਨ ਸਭ ਜਗਤ ਮਝਾਰਾ। ਤੇ ਜਦੋਂ ਪਾ ਕਰਕੇ ਸਾਰੇ ਜਗਤ ਵਿੱਚ ਮਹਾਰਾਜ ਨੇ ਉਹ ਰਟਨ ਕੀਤਾ, ਭਾਵ ਸਭ ਜਗ੍ਹਾ ਤੇ ਸਤਿਗੁਰੂ ਜੀ ਗਏ। ਤਹਿ ਅਦਕ੍ਰਿਤ ਸ੍ਰੀ ਚੰਦ ਲਖਾਇਓ। ਤਹਿ ਅਦਕ੍ਰਿਤ, ਹੁਣ ਮਹਾਰਾਜ ਨੇ ਜਾਣਿਆ ਵੀ ਇਹ ਜਿਹੜਾ ਉਦਾਸੀ ਭੇਖ ਹੈ, ਇਹਦਾ ਅਧਿਕਾਰੀ ਜਿਹੜਾ ਹੈ ਉਹਨੂੰ ਬਾਬਾ ਸ੍ਰੀ ਚੰਦ ਜੀ ਨੂੰ ਜਾਣਿਆ। ਬਹੁਤ ਵਾਰੀ ਹੁੰਦਾ ਨਾ ਹੁਣ ਕਥਾ ਸੁਣਾਉਣ ਵਾਲੇ, ਉਹ ਬਸ ਜੀ ਇਹ ਪੁੱਤਰ ਆਖੇ ਨਹੀਂ ਲੱਗੇ ਜੀ, ਇਹ ਤਾਂ ਉਹਦੇ ਕਹਿਣੇ 'ਚ ਹੀ ਨਹੀਂ ਚੱਲਦੇ। ਜਾਣੀ ਇਉਂ ਕਥਾ ਸੁਣਾਉਣਗੇ ਵੀ ਗੁਰੂ ਨਾਨਕ ਦੇ ਮਹਾਰਾਜ ਦੇ ਪੁੱਤ ਜਿੰਨੇ ਨਲਾਇਕ ਸੀ ਉਹਨੇ ਕੋਈ ਨਹੀਂ। ਤੇ ਜਿਵੇਂ ਆਪਦੇ ਵਾਲੇ ਬਹੁਤ ਪੀਂਘਾਂ ਝਟਾਉਂਦੇ ਹੁੰਦੇ ਆ, ਉਹ ਹੁਣ ਇਹ ਨਹੀਂ ਦੇਖਦੇ ਤਾਂ ਉਹ ਅਵਤਾਰੀ ਪੁਰਸ਼ ਸੀ। ਉਹ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਪੁੱਤਰ ਹੋਣ, ਉਹ ਕੋਈ ਐਵੇਂ ਹੀ ਆ ਗਏ, ਕੋਈ ਮੂਲੀ ਥੋੜ੍ਹੋ ਹੁੰਦੇ ਆ। ਉਹ ਤਾਂ ਗੁਰਮੁਖੋ ਹਜ਼ਾਰਾਂ ਜਨਮਾਂ ਦੀ ਉਹਨਾਂ ਦੀ ਬੰਦਗੀ ਸੀ, ਉਹ ਅਵਤਾਰੀ ਰੂਹਾਂ ਸੀ। ਇਹ ਤਾਂ ਹੁਣ ਮਹਾਰਾਜ ਨੇ ਸਾਰੀ ਖੇਡ ਹੈ ਜਿਹੜੀ ਉਹ ਵਰਤਾਈ ਹੈ। ਇਸ ਕਰਕੇ ਇਹ ਹਾਲਾਤ ਜਿਹੜੇ ਸਮਝਣਾ ਕਿ ਗੱਦੀ ਉਹ ਜੋ ਗੁਰੂ ਸਾਹਿਬ ਨੇ ਜਿਹੜੀ ਡਿਊਟੀ ਦੇਣੀ ਆ, ਹੁਣ ਉਦੋਂ ਜਿਹੜਾ ਉਦਾਸੀ ਬਾਣਾ, ਪਹਿਰ ਸੰਸਾਰੀ ਕੱਪੜੇ ਭੇਖ ਉਦਾਸੀ ਸਗਲ ਉਤਾਰਾ, ਜਾਂ ਪਹਿ ਸੰਸਾਰੀ ਕੱਪੜੇ ਮੰਜੀ ਬੈਠ ਕੀਆ, ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਜਿਹੜਾ ਉਦਾਸੀ ਬਾਣਾ ਸੀ ਉਹ ਤਾਰ ਕੇ ਸੰਸਾਰੀ ਵਸਤਰ ਮਹਾਰਾਜ ਨੇ ਪਹਿਨੇ ਤੇ ਗੁਰਤਾ ਗੱਦੀ ਤੇ ਬੈਠ ਕੇ ਕਰਤਾਰਪੁਰ ਸਾਹਿਬ ਉਪਦੇਸ਼ ਦਿੰਦੇ। ਉਹ ਬਾਣਾ ਤਾਰ ਕੇ ਉਹ ਦਿੱਤਾ ਕਿਹਨੂੰ ਹੈ? ਉਹ ਸੰਤ ਰੇਣ ਜੀ ਨੇ ਦੱਸਿਆ ਵੀ ਉੱਥੇ ਬਾਬਾ ਸ੍ਰੀ ਚੰਦ ਜੀ ਨੂੰ ਉਹਦਾ ਅਧਿਕਾਰੀ ਜਾਣ ਕੇ ਬਾਣਾ, ਉਹ ਬਾਬਾ ਸ੍ਰੀ ਚੰਦ ਨੂੰ ਕਿਹਾ ਹੁਣ ਤੂੰ ਇਹ ਬਾਣਾ ਪਾ ਲਾ। ਇੱਕ ਗੁਰਤਾ ਗੱਦੀ ਹੈ, ਇਹ ਵੱਖ-ਵੱਖ ਗੁਰੂ ਕੋਲੇ ਕੋਈ ਬਖਸ਼ਿਸ਼ਾਂ ਦੀ ਘਾਟ ਥੋੜੋ ਹੈ। ਜਿਵੇਂ ਭਾਈ ਭਗੀਰਥ ਜੀ ਸੀ, ਅਸਲ ਵਿੱਚ ਜਿਹੜੇ ਨਿਰਮਲੀ ਸੰਪਰਦਾ ਨਾ, ਉਹਨਾਂ ਦੇ ਸਭ ਤੋਂ ਪਹਿਲੇ ਮੁਖੀ ਭਾਈ ਭਗੀਰਥ ਹੋਏ ਆ। ਇਹ ਕਿੰਨੀਆਂ ਬਖਸ਼ਿਸ਼ਾਂ, ਕਿਤੇ ਮਹਾਰਾਜ ਕਿਸੇ ਨੂੰ ਮੰਜੀ ਦੀ ਬਖਸ਼ਿਸ਼ ਕਰ ਦਿੰਦੇ ਸੀ, ਕਿੰਨੀਆਂ ਬਖਸ਼ਿਸ਼ਾਂ ਨੇ।
ਗਿਆਨੀ ਗਿਆਨ ਸਿੰਘ ਜੀ ਦਾ ਇਤਿਹਾਸ ਜਿਹਨਾਂ ਸੁਣਿਆ ਕਿੰਨੀਆਂ ਬਖਸ਼ਿਸ਼ਾਂ ਗੁਰੂਆਂ ਤੋਂ ਹੋਈਆਂ ਨੇ, ਤੇ ਅੱਜ ਵੀ ਉਹ ਬਖਸ਼ਿਸ਼ਾਂ ਜਿਹੜੀਆਂ ਨੇ ਉਸੇ ਤਰ੍ਹਾਂ ਆਪਾਂ ਵੇਖਦੇ ਹਾਂ। ਕਿਸੇ ਨੂੰ ਮਹਾਰਾਜ ਨੇ ਜੋੜਾ ਬਖਸ਼ਤਾ, ਬਖਸ਼ਿਸ਼ ਕਰਤੀ ਸੱਚਣ ਸੱਚ ਨੂੰ, ਆਹ ਲੈ ਜਾ, ਜਿਹਦੇ ਮੱਥੇ ਨਾਲ ਲਾ ਕੇ ਪਾਗਲਪਨ ਦੂਰ ਹੋ ਜਾ ਕਰੂ। ਬਖਸ਼ਿਸ਼ਾਂ ਹੀ ਹੈ। ਹੁਣ ਬਖਸ਼ਿਸ਼ਾਂ ਗੁਰਮੁਖੋ ਕਿੰਨੀਆਂ ਨੇ। ਦਮਦਮਾ ਸਾਹਿਬ ਜਾਓ, ਸ਼ੀਸ਼ਾ ਪਿਆ ਉੱਥੇ, ਜਿਨ੍ਹਾਂ ਦੇ ਮੂੰਹ ਬਿੰਗੇ ਜੇ ਹੋ ਜਾਂਦੇ ਆ ਉਹਦੇ ਜਾ ਕੇ ਵੇਖੋ ਸਿੱਧੇ ਹੋ ਜਾਂਦੇ ਨੇ। ਸ਼ੀਸ਼ੇ ਤਾਂ ਦੁਕਾਨਾਂ ਭਰੀਆਂ ਪਈਆਂ, ਪਰ ਉੱਥੇ ਉਹ ਬਖਸ਼ਿਸ਼ ਹੈ ਗੁਰੂ ਦੀ ਜਿਹੜੀ ਆ ਉਹ ਕੰਮ ਕਰਦੀ ਹੈ। ਬਹੁਤ ਐਸੇ ਸਥਾਨ ਹਨ ਤੇ ਗੁਰੂ ਸਾਹਿਬ ਜੀ ਨੇ ਜਿਹਨੂੰ ਕੋਈ ਬਖਸ਼ੇ, ਉੱਥੇ ਕੋਈ ਇਹ ਤਾਂ ਹੈ ਨਹੀਂ ਵੀ ਹੋਰ। ਇਹ ਜਿਹੜੀ ਗੁਰਤਾ ਗੱਦੀ ਆ ਉਹ ਤਾਂ ਨਿਰੰਕਾਰੀ ਬਖਸ਼ਿਸ਼ ਹੈ। ਉਹ ਪਰ ਮਹਾਰਾਜ ਨੇ ਉਹ ਨਿਰੰਕਾਰ ਸਰੂਪ ਹੈ, ਉਹ ਧੁਰੋਂ ਬਖਸ਼ਿਸ਼ ਹੈ ਜਿਹਨੂੰ ਸੌਂਪਣੀ ਹੈ। ਤੇ ਬਾਕੀ ਹੋਰ ਕਿੰਨੀਆਂ ਹੁੰਦੀਆਂ ਆਪਾਂ ਵੇਖਦੇ ਹਾਂ। ਸਰਕਾਰੀ ਅਹੁਦਿਆਂ ਦੇ ਵਿੱਚ ਵੀ ਜਿਵੇਂ ਦਾ ਤੁਸੀਂ, ਚਲੋ ਇਹ ਤਾਂ ਕੋਈ ਸਮਝਣ ਵਾਸਤੇ ਹੈ, ਇਹ ਕੋਈ ਗੁਰੂ ਦੇ ਦਰ ਦੀ ਬਰਾਬਰੀ ਨਹੀਂ ਹੈ। ਇਹ ਤਾਂ ਹੁਣ ਆਪਣੇ ਕੋਲੇ ਪ੍ਰਮਾਣ ਹੀ ਇਹੋ ਜਿਹੇ ਨੇ, ਕਿਉਂਕਿ ਜਿਹੜੀਆਂ ਗੱਲਾਂ ਸਾਹਮਣੇ ਹੁੰਦੀਆਂ ਉਹਦੇ ਦੁਆਰਾ ਸਮਝਾਇਆ ਜਾਂਦਾ। ਜਿਵੇਂ ਮੁੱਖ ਮੰਤਰੀ ਬਣ ਜਾਂਦਾ ਕੋਈ, ਫਿਰ ਉਹ ਅੱਗੇ ਮੰਤਰੀ ਬਣਾਉਂਦਾ, ਥਾਂ ਥਾਂ ਕੋਈ ਚੇਅਰਮੈਨ ਲਾ ਤੇ ਕੁਛ ਲਾ ਤੇ, ਉਹ ਸਾਰਿਆਂ ਨੂੰ ਕਹਿੰਦਾ ਲੈ ਤੇਰੇ ਉਹਨਾਂ ਦੇ ਸੀਮਤ ਅਧਿਕਾਰ ਹੁੰਦੇ ਆ, ਲੇਕਿਨ ਜਿਹੜਾ ਆਪ ਹੁੰਦਾ ਉਹਦੇ ਕੋਲੇ ਸਾਰੇ ਅਧਿਕਾਰ ਹੈ। ਜਿਹੜਾ ਗੁਰਤਾ ਗੱਦੀ ਦਾ ਮਾਲਕ ਹੈ ਨਾ, ਉਹ ਤਾਂ ਸਾਰੇ ਕਾਜ ਦਾ ਮਾਲਕ ਹੈ, ਉਹ ਤਾਂ ਦੀਨ ਦੁਨੀਆ ਦਾ ਮਾਲਕ ਹੈ, ਉਹ ਤਾਂ ਨਿਰਾਕਾਰ ਸਰੂਪ ਹੈ। ਤੇ ਫਿਰ ਅੱਗੇ ਜਿਹੜੀਆਂ ਨੇ ਵੱਖ-ਵੱਖ ਸੰਪਰਦਾਵਾਂ ਰੂਪ ਕਾਰਜ ਜਿਹੜੇ ਨੇ ਉਹਨਾਂ ਦੇ ਮੁਖੀ ਹੈ। ਗੁਰੂ ਸਾਹਿਬ ਜੀ ਨੇ ਇੱਥੇ ਜੋ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੇਖ ਉਦਾਸੀ ਗੁਰ ਜੋ ਧਾਰਾ ਰਟਨ ਕੀਨ ਸਭ ਜਗਤ ਮਝਾਰਾ, ਜੋ ਸਾਰੇ ਜਗਤ ਦਾ ਰਟਨ ਕੀਤਾ ਤਹਿ ਅਧਿਕ੍ਰਿਤ ਸ੍ਰੀ ਚੰਦ ਲਖਾਇਓ। ਉਸ ਦਾ ਹੁਣ ਜਿਹੜਾ ਹੈ ਅਧਿਕਾਰੀ ਬਾਣੇ ਦਾ, ਉਦਾਸੀ ਭੇਖ ਦਾ, ਉਹ ਬਾਬਾ ਸ੍ਰੀ ਚੰਦ ਜੀ ਨੂੰ ਜਾਣਿਆ। ਦੀਨ ਉਤਾਰ ਭੇਖ ਤਿਨ ਦਾਇਓ, ਤੇ ਉਹ ਭੇਖ ਉਤਾਰ ਕਰਕੇ ਸਤਿਗੁਰਾਂ ਨੇ ਬਾਬਾ ਸ੍ਰੀ ਚੰਦ ਜੀ ਨੂੰ ਦੇ ਦਿੱਤਾ। ਸ੍ਰੀ ਚੋਣੀ ਭੇਖ ਤਿਆਗੀ ਧੀਰਾ, ਸ੍ਰੀ ਚੋਣੀ ਸੁਭਾਏਵਾਨ ਮਾਤਾ ਸੁਲੱਖਣੀ ਜੀ, ਉਹਨੇ ਜਦੋਂ ਵੇਖਿਆ ਤੇ ਆਪਣਾ ਦੇਖ ਕੇ ਧੀਰਜ ਜਿਹਾ ਤਿਆਗ ਦਿੱਤਾ। ਕਹਿ ਸਤਿਗੁਰ ਤਬ ਬਚਨ ਗੰਭੀਰਾ, ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੰਭੀਰ ਬਚਨ, ਵੀ ਤੁਸੀਂ ਇਹਨੂੰ ਇੰਨਾ ਕੁ ਬਾਣਾ ਤੇ ਪੁੱਤਰ ਹੈ। ਮਾਤਾ ਸੁਲੱਖਣੀ ਨੇ ਕਿਹਾ ਜਾਂ ਵੱਖ ਇੱਕ ਜ਼ਿੰਮੇਵਾਰੀ ਦੇਤੀ। ਹੁਣ ਉਹ ਸਮਝ ਗਈ ਗੁਰਤਾ ਗੱਦੀ, ਫਿਰ ਉੱਤੇ ਤੁਸੀਂ ਬਿਰਾਜਮਾਨ ਹੋ, ਮੈਂ ਤੇ ਸਮਝੀ ਵੱਡਾ ਪੁੱਤਰ ਹੈ, ਉਦੋਂ ਬਾਅਦ ਇਹ ਬੈਠੂ। ਤੁਸੀਂ ਉਹਨੂੰ ਪਹਿਲਾਂ ਹੀ ਇੱਕ ਵੱਖਰਾ ਜਿਹੜਾ ਹੈ ਕੰਮ ਦੇ ਦਿੱਤਾ, ਬਾਣਾ ਦੇਤਾ, ਤਾਂ ਸਮਝ ਗਈ ਕਿ ਗੁਰਤਾ ਗੱਦੀ ਤਾਂ ਹੁਣ ਕੋਈ ਹੋਰ ਮਾਲਕ ਹੋਊਗਾ। ਤਾਂ ਫਿਰ ਉਹ ਧੀਰਜ ਜੀ ਤਿਆਗੀ ਮਾਤਾ ਸੁਲੱਖਣੀ ਨੇ। ਕਹਿ ਸਤਿਗੁਰ ਤਬ ਬਚਨ ਗੰਭੀਰਾ, ਤਾਂ ਸਤਿਗੁਰੂ ਨੇ ਫਿਰ ਗੰਭੀਰ ਬਚਨ ਕਹੇ। ਹੇ ਸੁਮਤੇ ਮਤ ਚਿੰਤ ਕਰੀਜੈ, ਐ ਸ੍ਰੇਸ਼ਟ ਮਤ ਵਾਲੀਏ ਸੁਲੱਖਣੀਏ, ਮਤਾ ਤੂੰ ਇਸ ਗੱਲ ਦੀ ਚਿੰਤਾ ਕਰ। ਜਗ ਮਹਿ ਬਹੁ ਪ੍ਰਤਾਪ ਇਸ ਲੀਜੈ, ਇਸ ਆਪਣੇ ਪੁੱਤਰ ਦਾ ਸ੍ਰੀ ਚੰਦ ਦਾ ਜਗਤ ਵਿੱਚ ਤੂੰ ਬਹੁਤ ਵੱਡਾ ਪ੍ਰਤਾਪ ਵੇਖੇਂਗੀ। ਪੰਥ ਉਦਾਸੀ ਇਸ ਕੋ ਚਾਲੈ, ਇਹਦਾ ਵੀ ਪੰਥ ਚੱਲੂ ਉਦਾਸੀ ਪੰਥ। ਸਾਧ ਰਟੈ ਬਹੁ ਦੇਸ ਵਿਸਾਲੈ, ਤੇ ਉਦਾਸੀ ਪੰਥ ਦੇ ਜਿਹੜੇ ਸਾਧੂ ਹੋਣਗੇ ਉਹ ਬਹੁਤ ਦੇਸ਼ਾਂ ਵਿੱਚ ਫਿਰਨ ਤੁਰਨਗੇ। ਘਰ ਘਰ ਗਾਦੀ ਇਸ ਕੀ ਹੋਵੈ, ਘਰ ਘਰ ਦੇ ਵਿੱਚ ਉਦਾਸੀਆਂ ਦੀਆਂ ਗੱਦੀਆਂ ਹੋਣਗੀਆਂ। ਇਹ ਗੁਰਮੁਖੋ ਪਹਿਲੇ ਐਸੇ ਹੀ ਸੀ। ਬਹੁਤ ਨੇ ਜਿਹੜੇ ਆ ਪਰਿਵਾਰਾਂ ਵਿੱਚ ਜਦੋਂ ਵਿਚਰਦੇ ਆ ਉਹ ਮਿਲ ਜਾਂਦੇ ਆ। ਜਿੰਨੇ ਵੀ ਪਹਿਲਾਂ ਹੁੰਦਾ ਸੀ, ਹੁਣ ਤਾਂ ਸ਼ਬਦਾਂ ਤੋਂ ਬੜਾ ਨਫ਼ਰਤ ਹੋਈ ਹੈ। ਮਹੰਤ, ਪਹਿਲਾਂ ਗੁਰਦੁਆਰਾ ਸਾਹਿਬ 'ਚ ਮਹੰਤ ਹੀ ਥਾਪਿਆ ਜਾਂਦਾ ਸੀ। ਇਹ ਤਾਂ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ, ਇਹਨਾਂ ਨੇ ਫਿਰ ਇੱਕ ਕਮੇਟੀ ਸਿਸਟਮ ਬਣਾਇਆ, ਤੇ ਜਿੱਥੇ ਵੱਡਾ ਕੰਮ ਸੀ ਉੱਥੇ ਵੋਟਾਂ ਹੋ ਗਈਆਂ, ਜਿੱਥੇ ਪੈਸੇ ਥੋੜੇ ਹੁੰਦੇ ਆ ਹੁਣ ਚਲੋ ਲੋਕ ਨਗਰਾਂ ਦੇ ਉਹ ਫਿਰ ਵੈਸੇ ਚੁਣ ਲੈਂਦੇ ਆ। ਤੇ ਇਹ ਤਾਂ ਸਾਡੇ ਗਲ ਮੜਿਆ ਹੈ। ਪਹਿਲੇ ਸਮੇਂ ਤੋਂ ਅਸਲ ਵਿੱਚ ਮਹੰਤੀ ਸਿਸਟਮ ਸੀ,
ਤੇ ਉਹ ਫਿਰ ਮਹੰਤਾਂ ਦੇ ਫਿਰ ਜਦੋਂ ਹੋਣਾ ਸੀ ਉਹਨਾਂ ਨੇ ਇਹੋ ਜਿਹੀ ਚਾਲ ਚੱਲੀ, ਦੋਸ਼ ਲਾਉਣੇ ਸ਼ੁਰੂ ਕਰਤੇ, ਹੋਰ ਲੜਾਈਆਂ ਝਗੜੇ, ਜਿਹੜਾ ਜਿਵੇਂ ਨਨਕਾਣਾ ਸਾਹਿਬ ਹੋਇਆ ਉਹ ਵੀ, ਉਹਦੇ ਵਿੱਚ ਵੀ ਹੁਣ ਬਹੁਤ ਗੁਰਮੁਖ ਹੈ। ਜੇ ਹੁਣ ਉਹ ਗੱਲਾਂ ਨੂੰ ਬਹੁਤਾ ਫੋਲਦੇ ਆ ਕਿਉਂਕਿ ਅਸੀਂ ਉਹੀ ਚੀਜ਼ ਵੇਖਦੇ ਆ ਜਿਹੜੀਆਂ ਲਿਖਤਾਂ ਸਾਡੇ ਸਾਹਮਣੇ ਆਉਂਦੀਆਂ, ਤਾਂ ਕੌਣ ਕਸੂਰਵਾਰ, ਗੱਲ ਕਿਵੇਂ ਸ਼ੁਰੂ ਹੋਈ, ਕਿੱਥੋਂ ਹੋਇਆ, ਇਹ ਨਹੀਂ ਸੀ। ਉਹ ਜੋ ਮਾਲਕ ਦਾ ਹੁਕਮ ਹੁੰਦਾ ਫਿਰ ਜੋ ਵਰਤਣੇ ਹੁੰਦੇ ਆ ਭਾਣੇ ਉਹ ਹੋ ਜਾਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਹੁਤ ਪ੍ਰੇਮ ਵਾਲੇ ਅਸਲ ਵਿੱਚ ਜਿੰਨੇ ਫਿਰ ਮਹੰਤ ਸਨ ਉਦਾਸੀ, ਇਹ ਪਹਿਲਾਂ ਮਿਸਲਾਂ ਦੇ ਵਿੱਚ ਵੀ ਰਹੇ ਆ ਕਿੰਨੀ ਜਗ੍ਹਾ ਤੇ, ਫਿਰ ਉਹ ਸਰਦਾਰ ਹੀ ਸੀ। ਹੌਲੀ ਹੌਲੀ ਉਹ ਮਹੰਤੀ ਦੇ ਵਿੱਚ ਉੱਥੇ ਜਿਹੜੇ ਸੇਵਾ ਕਰਨ ਲੱਗ ਗਏ ਕਿੰਨੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ। ਤੇ ਉਹ ਠੀਕ ਹੈ ਵੀ ਕਿਸੇ ਵੀ ਖੇਤਰ ਵਿੱਚ ਚਲੇ ਜਾਓ ਤੇ ਕਮੀ ਤਾਂ ਜਿਹੜੀ ਹੈ ਉਹ ਫਿਰ ਥੋੜੀ ਬਹੁਤੀ ਕਿਤੇ ਨਾ ਕਿਸੇ ਹੋ ਹੀ ਜਾਂਦੀ ਹੈ। ਹੁਣ ਸਾਰੇ ਹੁਣ ਕਮੇਟੀ ਸਿਸਟਮ ਹੈ, ਹੁਣ ਜਿਹੜੇ ਮਹੰਤ ਚੁਣ ਭੇਜਦੇ ਆ ਮੈਂਬਰ ਬਣਾ ਕੇ, ਇਹ ਕਿਹੜਾ ਹੁਣ ਕੋਈ ਬਹੁਤ ਨੇ, ਇਹ ਤਾਂ ਹੁਣ ਉਦੋਂ ਵੀ ਭੈੜਾ ਕੰਮ ਹੈ। ਇਹ ਤਾਂ ਜਿਹੜਾ ਅਜੇ ਬੇਨਤੀ ਹੈ, 15 ਮਿੰਟ ਪਏ ਆ, ਬੈਠੋ ਤੁਸੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਆਪਾਂ ਗੱਲ ਕਰ ਰਹੇ ਸੀ ਕਿ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਇਹ ਘਰ ਘਰ ਵਿੱਚ, ਉਦੋਂ ਗੁਰਮੁਖ ਇਹ ਸੀ, ਇਹ ਜਿਹੜਾ ਹੈ ਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਆਨੰਦਪੁਰ ਸਾਹਿਬ ਛੱਡਿਆ ਤਾਂ ਉਸ ਸਮੇਂ ਇੱਕ ਬਾਬਾ ਗੁਰਬਖਸ਼ ਜੀ ਸਨ, ਜਿਹੜੇ ਉਦਾਸੀ ਸਾਧੂ ਸੀ, ਜਿਨ੍ਹਾਂ ਦੀ 10ਵੇਂ ਪਾਤਸ਼ਾਹ ਮਹਾਰਾਜ ਨੇ ਡਿਊਟੀ ਲਾਈ ਕਿ ਤੁਸੀਂ ਇੱਥੇ ਦੀਵਾ ਬੱਤੀ ਕਰਨਾ ਹੈ। तो सतगुरु पातशाह महाराज ने एक कृपा की, तह अधकृत श्री चंद हाँ इस दा साध रटै बहु देश विसालिया। आपां इत्थे सी, घर घर गादी इस की होवै, ए हे सुलखणी तेरे पुत्र दियां घर घर विच गद्दियां होणगियां। जपै नाम सब काल मल खोवै, जो नाम जपणगे सारे पाप अपने नाश कर लैणगे। सुनत मात जी तूसन भई, ये सुन करके फिर माता सुलखणी जी चुप कर गए। गुरपत बचन जान कर सही, गुरु पति दे बचनां नूं सही जान करके श्री चंद पुन बिन है उचारी। तो बाबा श्री चंद जी ने फिर बेनती कीती, हे पित सतगुर जी सुखकारी। हे पिता सतगुरु जी सुखां दे दायक, कृपा करी मोह भेख जो दयो। ये किरपा करके जो तुसी मैनू भेख दिता है, नाम सो उदासीन धर दयो। ਇਹਦਾ नाम तुसी उदासीन उदासी धर दिता है। इसके लखन कहो समझाए। ते हुण महाराज फिर पिता सतगुरु ਇਹਦੇ ਲੱਛਣ ਕਿਰਪਾ ਕਰਕੇ ਸਮਝਾਓ। जिस पर चल कर हम सुख पाए, ਜਿਹਦੇ ਤੇ ਚੱਲ ਕੇ ਅਸੀਂ ਸੁਖ ਪਾ ਸਕੀਏ। ਸੁਨ ਸਤਗੁਰ ਮਨ ਹਰਖ बढ़ाए। ਇਹ ਸੁਣ ਕਰਕੇ ਫਿਰ ਭਾਈ ਮਨ ਵਿੱਚ ਸਤਿਗੁਰਾਂ ਨੇ ਖੁਸ਼ੀ ਵਧਾਈ। ਆਗਿਆਕਾਰੀ ਪੁੱਤਰ ਲਖਾਏ, ਤੇ ਜਾਣਿਆ ਪੁੱਤਰ ਆਗਿਆਕਾਰੀ ਹੈ। ਤਬ ਸ੍ਰੀ ਮੁਖ ਤੇ ਕੀਏ ਉਪਦੇਸ਼, ਤਦ ਫਿਰ ਆਪਣੇ ਸੁਭਾਏ ਮਾਨ ਮੁਖ ਤੋਂ ਉਪਦੇਸ਼ ਕੀਤਾ। ਸੁਨੋ ਸੰਤ ਸੁਭ ਗਿਰਾ ਵਿਸ਼ੇਸ਼, ਕਿ हे ਸੰਤ ਸੁਣੋ ਸੰਤ। ਦੇਖੋ ਪੁੱਤਰ ਨੂੰ ਮਹਾਰਾਜ ਨੇ ਸੰਤ ਕਿਹਾ। ਵਿਸ਼ੇਸ਼ ਬਚਨ ਸੁਣੋ। ਰਾਗ ਰਾਮ ਕਲੀ ਰਤਨਮਾਲਾ ਮਹੱਲਾ ਪਹਿਲਾ। ਇਹ ਗੁਰਮੁਖੋ ਜਿਹੜਾ ਹੈ ਰਾਗ ਰਾਮ ਕਲੀ, ਇਹ ਰਤਨਮਾਲਾ ਹੈ। ਰਤਨਾਂ ਦੀ ਇੱਕ ਤਰ੍ਹਾਂ ਨਾਲ ਮਾਲਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਾਨੂੰ ਇਸ ਤਰ੍ਹਾਂ ਸਮਝਾਇਆ, ਜਿਵੇਂ ਗੁਰਬਾਣੀ ਵਿੱਚ ਆਉਂਦਾ ਨਾ, ਇਹ ਹੁਣ ਬਹੁਤ ਨੇ ਭੇਦ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ। ਜਦੋਂ ਬਾਣੀ ਪੜ੍ਹਦੇ ਆ ਕਈ ਵਾਰ ਹੁੰਦਾ ਵੀ ਮਾਲਾ ਮੰਤਰ ਉਹ ਕਿਹੜਾ ਹੈ, ਤੇ ਜਦੋਂ ਆਪਾਂ ਇਤਿਹਾਸ ਪੜ੍ਹਾਂਗੇ ਫੇਰ ਹੀ ਪਤਾ ਲੱਗਦਾ ਹੈ ਕਿ ਮਾਲਾ ਮੰਤਰ ਕਿਹੜਾ ਹੈ। ਜਿਵੇਂ ਜਪਜੀ ਸਾਹਿਬ ਹੈ, ਇਹਨੂੰ ਗੁਰਮੁਖੋ ਗੁਰਬਾਣੀ ਵਿੱਚ ਜਿਹੜਾ ਜਪਜੀ ਸਾਹਿਬ ਪੜ੍ਹਦੇ ਆ ਆਪਾਂ, ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਪ੍ਰਮੁੱਖ ਬਾਣੀ ਹੈ। ਇਹਨੂੰ ਇਤਿਹਾਸ ਵਿੱਚ ਮਾਲਾ ਮੰਤਰ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ। ਜਦੋਂ ਭਾਈ ਲਹਿਣਾ ਜੀ ਨੇ ਪੁੱਛਿਆ ਸੀ, ਮਹਾਰਾਜ ਕਿਰਪਾ ਕਰਕੇ ਦੱਸੋ ਵੀ ਜਿਹੜਾ ਮਾਲਾ ਮੰਤਰ ਕਿਹੜਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਫਿਰ ਦੱਸਿਆ ਵੀ ਇਹ ਭਾਈ ਲਹਿਣਾ ਜਿਹੜਾ ਮਾਲਾ ਮੰਤਰ ਹੈ ਉਹ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਇਹ ਜਪਜੀ ਸਾਹਿਬ ਦੀ ਬਾਣੀ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਜਿਹੜਾ ਹੈ ਇਹਨੂੰ ਇਹ ਰਤਨਮਾਲਾ ਹੈ। ਜਿਹੜਾ ਇਹ ਸ਼ਬਦ ਇਸ ਸ਼ਲੋਕ ਨੇ, ਵੈਸੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਉਹਦੇ ਵਿੱਚ ਸ਼ਲੋਕ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ, ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੈ ਨ ਕੰਧ। ਬੋਲੇ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ। ਇੱਥੇ ਫਿਰ ਇਹ ਇਉਂ ਜਿਹੜਾ ਹੈ ਸ਼ਬਦ ਆਉਂਦਾ ਹੈ, ਸੋ ਉਦਾਸੀ ਜੇ ਪਾਲੇ ਉਦਾਸ। ਉਦਾਸੀ ਉਹ ਹੈ ਜਿਹੜਾ ਉਦਾਸਤਾ ਨੂੰ ਪਾਲਦਾ ਹੈ। ਰੂਖ ਬਿਰਖ ਕਰ ਕੰਦਰ ਵਾਸ, ਰੁੱਖ ਬਿਰਖਾਂ ਦੇ ਫਲ ਛਕੇ ਕੰਦਰਾਂ ਵਿੱਚ ਜਿਹੜਾ ਵਾਸਾ ਕੀਤਾ। ਅਹਨਸ ਰਹਿਬੋ ਜੋਗ ਅਭਿਆਸ, ਦਿਨ ਰਾਤ ਜੋਗ ਦੇ ਅਭਿਆਸ ਵਿੱਚ ਰਹਿੰਦਾ ਹੈ। ਪਰਸੈ ਅੰਗ ਨ ਲਾਵੇ ਪਾਸ, ਤੇ ਫਿਰ ਜਿਹੜਾ ਹੈ ਵਸਤਰ ਜਿਹੜਾ ਉਹ ਅੰਗ ਨਹੀਂ ਲਾਉਂਦਾ ਹੈ। ਜਿਤ ਤਨ ਦੁਤੀਆ ਮੈਲ ਨਾ ਹੋਈ, ਜਿਹਦੇ ਵਿੱਚ ਦੁਐਤ ਦੀ ਮੈਲ ਨਹੀਂ ਹੁੰਦੀ। ਨਾਨਕ ਕਹੈ ਉਦਾਸੀ ਸੋਈ, ਇਉਂ ਗੁਰੂ ਸਾਹਿਬ ਕਹਿੰਦੇ ਉਹਨੂੰ ਉਦਾਸੀ ਕਹਿੰਦੇ ਆ। ਭਾਵ ਕੀ ਹੈ, ਰੁੱਖ ਬਿਰਖ ਭਾਵ ਥੋੜਾ ਛਕਣਾ ਤੇ ਸਾਦਾ। ਅਹਨਸ ਰਹਿਬੋ ਜੋਗ ਅਭਿਆਸ, ਉਹਦਾ ਭਾਵ ਕੀ ਹੈ ਕਿ ਦਿਨ ਰਾਤ ਸੁਰਤੀ ਬ੍ਰਹਮ ਵਿੱਚ ਜੋੜ ਕੇ ਰੱਖਣੀ। ਪਰਸੈ ਅੰਗ ਨਾ ਲਾਵੇ ਪਾਸ, ਉਹਦਾ ਭਾਵ ਕੀ ਹੈ ਕਿ ਜਿਹੜਾ ਹੈ ਰਸਾਂ ਕਸਾਂ ਵਿੱਚ ਨਹੀਂ ਪੈਣਾ, ਪਹਿਨਣ ਦੇ ਜਿਹੜਾ ਹੈ ਇਹਦੇ ਰਸ ਵਿੱਚ ਨਹੀਂ ਪੈਂਦਾ, ਦੁਐਤ ਦੀ ਮੈਲ ਨਹੀਂ ਹੁੰਦੀ। ਐਸੇ ਪੁਰਸ਼ ਨੂੰ ਉਦਾਸੀ ਕਿਹਾ ਜਾਂਦਾ ਹੈ। ਚੌਪਈ ਹੇ ਸੁਤ ਜਹ ਲਖਣ ਉਰ ਧਾਰੂ, ਹੇ ਪੁੱਤਰ ਇਹ ਲੱਛਣ ਨੇ ਤੂੰ ਆਪਣੇ ਹਿਰਦੇ ਵਿੱਚ ਧਾਰ ਲੈ। ਉਦਾਸੀਨ ਜਗ ਪੰਥ ਪ੍ਰਚਾਰੋ, ਤੇ ਇਉਂ ਉਦਾਸੀਨ ਪੰਥ ਨੂੰ ਜਗਤ ਵਿੱਚ ਪ੍ਰਚਾਰ ਕਰ। ਸੁਣ ਪਿਤ ਗੁਰ ਪਦ ਬੰਦਨ ਕੀਨ, ਸੁਣ ਕਰਕੇ ਗੁਰੂ ਪਿਤਾ ਦੇ ਚਰਨਾਂ ਤੇ ਬੰਦਨਾ ਕੀਤੀ। ਤਾ ਦਿਨ ਤੇ ਭਾ ਮਗ ਉਦਾਸੀਨ, ਉਸ ਦਿਨ ਤੋਂ ਭਾਈ ਫਿਰੇ ਉਦਾਸੀ ਮਾਰਗ ਪੰਥ ਚੱਲਿਆ। ਲਖਮੀ ਚੰਦਹਿ ਕੀਨ ਵਿਵਾਹੇ, ਤੇ ਜਿਹੜੇ ਬਾਬਾ ਲਖਮੀ ਚੰਦ ਸੀ ਉਹਨਾਂ ਗ੍ਰਸਤੀ ਜੀਵਨ ਧਾਰਿਆ, ਉਹਨਾਂ ਦਾ ਵਿਵਾਹ ਕੀਤਾ। ਗ੍ਰਸਤ ਧਰਮ ਮਹਿ ਦੀਨ ਚਲਾਹੇ, ਉਹ ਗ੍ਰਸਤ ਧਰਮ ਦੇ ਵਿੱਚ ਚਲਾ ਦਿੱਤੇ। ਤੇਹ ਤੇ ਬੰਸ ਬੇਦੀਆਂ ਚਾਲੀ, ਉਹ ਫਿਰ ਬਾਬਾ ਲਖਮੀ ਚੰਦ ਤੋਂ ਹੀ ਅੱਗੇ ਭਾਈ ਬੇਦੀਆਂ ਦੀ ਬੰਸ ਚੱਲੀ ਗੁਰੂ ਸਾਹਿਬ ਦੀ। ਗੁਰ ਗਾਦੀ ਕੀ ਕਥਾ ਨਿਰਾਲੀ, ਹਾਂ ਜਿਹੜੀ ਗੁਰੂ ਦੀ ਗੱਦੀ ਦੀ ਕਥਾ ਹੈ ਉਹ ਸੰਤਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੱਖਰੀ ਹੈ। ਕਰੋੜੀ ਮੱਲ ਬਹੁ ਸੇਵਾ ਕਰਕੇ, ਕਰੋੜੀ ਮੱਲ ਜਿਹੜਾ ਹੈ ਉਹਨੇ ਬਹੁਤ ਸੇਵਾ ਕੀਤੀ। ਰਹੇ ਉਹ ਕਿਤਕ ਦਿਨ ਪ੍ਰੇਮ ਸੋ ਧਰ ਕੇ, ਕੁਝ ਦਿਨ ਸਤਿਗੁਰਾਂ ਕੋਲੇ ਪ੍ਰੇਮ ਧਾਰ ਕੇ ਰਿਹਾ ਹੈ। ਲੈ ਰਜਾਏ ਪੁਨ ਗਇਓ ਲਾਹੌਰਾ,
ਫੇਰ ਭਾਈ ਆਗਿਆ ਲੈ ਕੇ ਕਰੋੜੀ ਮੱਲ ਖੱਤਰੀ ਲਾਹੌਰ ਚਲਿਆ ਗਿਆ। ਪਸਰਿਓ ਜਸ ਗੁਰ ਬਹੁ ਚਹੂੰ ਓਰਾ। ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜਸ ਚਾਰੇ ਪਾਸੇ ਬਹੁਤ ਪਸਰ ਗਿਆ। ਜਹ ਜਹ ਸੁਨੈ ਸਿੱਖ ਸਭ ਆਵੈ। ਹੁਣ ਜਿੱਥੇ ਜਿੱਥੇ ਪਤਾ ਲੱਗੀ ਜਾਂਦਾ ਵੀ ਮਹਾਰਾਜ ਨੇ ਆਪਣਾ ਪੱਕਾ ਟਿਕਾਣਾ ਕਰਤਾਰਪੁਰ ਸਾਹਿਬ ਬਣਾ ਲਿਆ ਹੈ, ਉੱਥੋਂ ਸੁਣ ਸੁਣ ਕੇ ਦੂਰੋਂ ਦੂਰੋਂ ਸਿੱਖ ਆਉਂਦੇ ਹਨ। ਰਹਿ ਨਿਕਟ ਸੇਵਹਿ ਸੁਖ ਪਾਵਹਿ। ਤੇ ਮਹਾਰਾਜ ਦੇ ਕੋਲੇ ਰਹਿੰਦੇ ਕੋਈ ਮਹੀਨਾ, ਕੋਈ 2 ਮਹੀਨੇ, ਕੋਈ 4 ਮਹੀਨੇ ਸੇਵਾ ਕਰਦੇ ਸੁਖ ਪਾਉਂਦੇ ਹਨ। ਨਿਸਬਾਸੁਰ ਹੈ ਕੀਰਤਨ ਭਾਰੀ। ਦਿਨ ਰਾਤ ਪਰਮੇਸ਼ਰ ਦੀ ਬੇਅੰਤ ਕੀਰਤੀ ਹੁੰਦੀ ਹੈ। ਪੜ੍ਹੈ ਸ਼ਬਦ ਪੁਨ ਹਿਰਦੈ ਵਿਚਾਰੀ। ਗੁਰਬਾਣੀ ਸ਼ਬਦਾਂ ਨੂੰ ਪੜ੍ਹਦੇ ਨੇ, ਫਿਰ ਆਪਣੇ ਹਿਰਦੇ ਵਿੱਚ ਵਿਚਾਰ ਕਰਦੇ ਹਨ। ਬੋਵਹਿ ਬਹੁਤ ਅੰਨ ਕ੍ਰਿਸ਼ਕਾਰੀ। ਤੇ ਖੇਤੀਬਾੜੀ ਸ਼ੁਰੂ ਹੋ ਗਈ, ਬਹੁਤ ਅਨਾਜ ਅੰਨ ਦਾਣਾ ਬੀਜਿਆ ਜਾਂਦਾ ਹੈ। ਪਾਕੇ ਤੇ ਜਬ ਹੋਏ ਤਿਆਰੀ। ਜਦੋਂ ਭਾਈ ਪੱਕ ਕੇ ਤਿਆਰ ਹੋ ਜਾਂਦਾ ਹੈ। ਆਨਹਿ ਸਤਿਗੁਰ ਕੇਰ ਅਗਾਰੀ। ਉਹ ਸਾਰਾ ਸਤਿਗੁਰਾਂ ਦੇ ਅੱਗੇ ਅਨਾਜ ਆ ਜਾਂਦਾ ਹੈ। ਦੇਗ ਚਲਾਵੇ ਤੇ ਠਾਂ ਭਾਰੀ। ਉਸ ਜਗ੍ਹਾ ਵੱਡਾ ਲੰਗਰ ਚੱਲਦਾ ਹੈ। ਭੁੱਖਾ ਰਹਿਣ ਨ ਪਾਵੇ ਕੋਈ। ਕੋਈ ਉੱਥੇ ਭੁੱਖਾ ਨਹੀਂ ਰਹਿਣਾ ਪਾਉਂਦਾ। ਸਰਬ ਕਾਲ ਮਹਿ ਭੋਜਨ ਹੋਈ। ਸਭ ਸਮਿਆਂ ਵਿੱਚ ਭੋਜਨ ਸਭ ਨੂੰ ਪਦਾਰਥ ਮਿਲਦਾ ਹੈ। ਇਕੱਠੇ ਭਏ ਲੋਗ ਬਹੁ ਆਈ। ਬਹੁਤ ਲੋਕ ਆਉਂਦੇ ਆ ਸਤਿਗੁਰਾਂ ਕੋਲੇ, ਇਕੱਠੇ ਹੁੰਦੇ ਸੰਗਤ ਵਿੱਚ। ਦਰਸ਼ਨ ਕਰਹਿ ਜਨਮ ਫਲ ਪਾਈ। ਤੇ ਇਉਂ ਭਾਈ ਦਰਸ਼ਨ ਕਰਦੇ ਨੇ, ਜਨਮ ਦਾ ਫਲ, ਮਨੁੱਖਾ ਜਨਮ ਦਾ ਸ੍ਰੇਸ਼ਟ ਫਲ ਪਾਉਂਦੇ ਹਨ। ਹਿੰਦੂ ਤੁਰਕ ਅਦਕ ਚੱਲ ਆਵਹਿ। ਹਿੰਦੂ ਕੀ ਤੁਰਕ ਕੀ ਬਹੁਤ ਚੱਲ ਚੱਲ ਆਉਂਦੇ ਨੇ। ਸ੍ਰੀ ਨਾਨਕ ਕੇ ਚਰਨ ਮਨਾਵਹਿ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਨੂੰ ਮਨਾਉਂਦੇ ਹਨ। ਇੱਕ ਮੁਰੀਦ ਸਿੱਖ ਇੱਕ ਹੋਵੈ। ਕੋਈ ਮੁਰੀਦ ਕੋਈ ਸਿੱਖ ਬਣੀ ਜਾਂਦੇ ਹਨ। ਲੈ ਉਪਦੇਸ਼ ਸੁਕਲ ਮਲ ਖੋਵੈ। ਮਹਾਰਾਜ ਤੋਂ ਉਪਦੇਸ਼ ਲੈ ਕੇ ਪਾਪਾਂ ਦੀ ਮੈਲ ਆਪਣੀ ਧੋਂਦੇ ਨੇ। ਗ੍ਰਾਮ ਨਗਰ ਰਹਿ ਨਰ ਜੇਤੇ। ਜਿਹੜੇ ਫਿਰ ਭਾਈਓ ਗ੍ਰਾਮ ਨਗਰਾਂ ਵਿੱਚ ਲੋਕ ਰਹਿੰਦੇ ਹਨ। ਸ੍ਰੀ ਗੁਰ ਕੀਰਤ ਕਰਹੀ ਤੇਤੇ। ਉਹ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੀ ਮਹਿਮਾ ਕਰਦੇ ਹਨ। ਬ੍ਰਹਮਚਾਰੀ ਬੈਰਾਗੀ ਜੋ ਕੋਈ ਬ੍ਰਹਮਚਾਰੀ ਹੈ, ਭਾਵੇਂ ਕੋਈ ਬਰਾਗੀ ਹੈ। ਜੋਗੀ ਸੰਨਿਆਸੀ ਹੋਇ ਕੋਈ ਜੋਗੀ ਹੈ, ਕੋਈ ਸੰਨਿਆਸੀ ਹੈ। ਸਨਾਤਨ ਦੀਆਂ ਸੰਪਰਦਾਵਾਂ ਨੇ। ਜੋ ਕੋਈ ਵੀ ਹੈ। ਨੀਚ ਕੇ ਊਚ ਰਾਓ ਕੈ ਰੰਕਾ। ਕੋਈ ਨੀਚ ਹੈ, ਕੋਈ ਊਚ ਹੈ, ਕੋਈ ਰਾਓ ਰਾਜਾ ਹੈ, ਕੋਈ ਕੰਗਾਲ ਹੈ। ਸੋ ਜਸ ਉਚਾਰਹਿ ਸਭ ਅਕਲੰਕਾ। ਉਹ ਸਾਰੇ ਭਾਈ ਕਲੰਕ ਤੋਂ ਰਹਿ ਸਤਿਗੁਰੂ ਜੀ ਦਾ ਸ੍ਰੇਸ਼ਟ ਜਸ ਕਹਿੰਦੇ ਹੈ। ਪੰਡਤ ਅਪਰ ਅਪੰਡਤ ਜਹ ਤਹਿ। ਪੰਡਤ ਕੀ ਅਪੰਡਤ ਭਾਵ ਕੋਈ ਪੰਡਤ ਹੈ ਜਾਂ ਕੋਈ ਹੋਰ ਹਨ। ਪੰਡਤ ਤੋਂ ਬਿਨਾਂ ਕੋਈ ਵੀ ਜਿੱਥੇ ਤਿੱਥੇ ਸ੍ਰੀ ਗੁਰ ਕੀਰਤ ਕਰਹੀ ਮਹਿ ਮਹਿ। ਮਹਿ ਕਹੀਏ ਘਰ ਘਰ ਵਿੱਚ ਗੁਰੂ ਸਾਹਿਬ ਦੀ, ਨਗਰ ਨਗਰ ਵਿੱਚ ਕੀਰਤੀ ਕਰਦੇ। ਪੁਰ ਕਰਤਾਰ ਬਿਖੈ ਨਰ ਨਾਰੀ। ਫਿਰ ਕਰਤਾਰਪੁਰ ਦੇ ਵਿੱਚ ਵੀ ਮਾਈ ਭਾਈ। ਰਹਿ ਸਦੀਵ ਭੀਰ ਭਰ ਭਾਰੀ। ਹਮੇਸ਼ਾ ਹੀ ਵੱਡਾ ਇਕੱਠ ਜਿਹੜਾ ਹੈ ਉਹ ਰਹਿੰਦਾ ਹੈ। ਸਵਾ ਜਾਮ ਨਿਸ ਰਹੇ ਸਦਾਈ। ਸਵਾ ਜਾਮ ਭਾਵ ਸਵਾ ਪਹਿਰਾਤ ਰਹਿੰਦੀ ਹਮੇਸ਼ਾ। ਹੋਤ ਕੀਰਤਨ ਸਭ ਸੁਖਦਾਈ। ਸਾਰਿਆਂ ਲਈ ਜੋ ਸੁਖਦਾਈ ਹੈ ਉਹ ਗੁਰਮੁਖੋ ਕੀਰਤਨ ਜਸ ਮਹਿਮਾ ਮਹਾਰਾਜ ਦੀ ਹੁੰਦੀ ਹੈ ਕਰਤਾਰਪੁਰ ਸਾਹਿਬ। ਆਓ
ਅਗਲਾ ਜਿਹੜਾ ਇਤਿਹਾਸ ਹੈ ਆਪਾਂ ਕੱਲ ਵਿਚਾਰਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।